ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਾਜ ਜਾਓ। ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ। ਚੱਕਰ ਚਿਹਨ ਅਰ ਬਰਨ ਜਾਤੇ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟੇ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ। ਜਾ ਕਉ ਹਰਿ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ। ਜਾਨ ਕੇ ਚਰਨ ਵਸਹਿ ਮੇਰਾ ਹੀਅਰ ਸੰਗ ਪੁਨੀਤਾ ਦੇਹੀ। ਜਾਨਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ। ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਭਾ। ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਆਉ ਤਉ ਦੁਆਰੀ। ਲੇਖਾ ਛੋੜ ਅਲੇਖਾ ਛੂਟਹ ਹਮ ਨਿਰਗੁਣ ਲੇਹੁ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੀ ਅਧਾਰੀ।
नानक दास संत पाशै परियु राख लेहु एह बारी मेल लहु दयाल टह पै द्वारिया राख ली बहु दीन दयाल प्रमत बहु हारिया भगत वशल तीरा बिरद हर पतत उदारिया तुझ बिन नाही कोई बिनाउ मूही सारिया कर गहलेहु दयाल सागर संसारिया वंदना हरि वंदना गुण गावहु गोपाल राय रहाऊ वड्डा भाग भेटै गुरदेवा कोट पराध मिटे हर सेवा चरण कमल जाका मन रापै सोग अगन तिस जन न व्यापै सागर तरिया साधु संगी निरभाउ नाम जपहु हर रंगे पर धन दोख किश पाप न फेड़े जम जंदार न आवै नेड़े तृष्णा अगन प्रभ आप बुझाई नानक उदरे प्रभ सरणाई बेसुमार अथाह अगनत अतुल ज्यो बुलावहु त्यो नानक दास बोला ज्यो बुलावहु त्यो नानक दास बोला। सतनाम श्री वाहिगुरु साहिब जी। गौड़ी महल्ला नावा। प्राणी को हर जस मन नहीं आवे, अहनिस मगन रह माया में। कहूँ कैसे गुण गावे, प्राणी को हर जस मन नहीं आवे। अहनिस मगन रह माया में। कहूँ कैसे गुण गावे। रहा पूत मीत माया ममता स्यो, एह बिद आप बंधावे। मृग तृष्णा ज्यो झूठो एह जग, देख तास उठतावे। भुगत मुकत का कारण स्वामी, मूढ़ ताहि बिसरावे। जन नानक कोटन में को, भजन राम को पावे। भुगत मुकत का कारण स्वामी, मूढ़ ताहि बिसरावे। जन नानक कोटन में को, भजन राम को पावे।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰ ਪਰਮੇਸ਼ਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਚਿੱਟਿਆਂ ਬਾਜਾਂ ਵਾਲੇ ਨੀਲੇ ਦੇ ਸ਼ਾਹ ਅਸਵਾਰ ਸ਼ਮਸ਼ੇਰ ਬਹਾਦਰ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ਼ਾਹੀ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ ਸਰਬਤ ਜੀਵਾਂ ਦੇ ਉੱਪਰ ਬੇਅੰਤ ਕਿਰਪਾਲਤਾ ਦਇਆਲਤਾ ਮਿਹਰ ਕਰਕੇ ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਸੱਚਖੰਡ ਦਰਬਾਰ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰ ਮੇਲੇ ਸਾਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਦੇ ਬਖਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਬੇਅੰਤ ਮਾਈਆਂ ਭਾਈਆਂ ਨੇ, ਗੁਰਸਿੱਖ ਸੰਗਤਾਂ ਨੇ, ਨੇਮੀਆਂ ਨੇ, ਪ੍ਰੇਮੀਆਂ ਨੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਤਖਤ ਸਾਹਿਬ ਤੇ ਹਾਜ਼ਰੀਆਂ ਭਰ ਕੇ ਮੀਡੀਆ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨੇ ਦਾ ਯਤਨ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਾਧ ਸੰਗਤ ਜੀ, ਵਕਤ ਹੋ ਆਇਆ ਹੈ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਦੁਆਰਾ ਹਰ ਜਸ ਸ਼ਰਵਣ ਕਰਨੇ ਦਾ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਾਵਧਾਨਤਾ ਦੇ ਸਹਿਤ ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ ਹਰ ਜਸ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰਨਾ ਕਰੀਏ। ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਮ ਹਿਰਦੇ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਉਚਾਰਨਾ ਕਰੀਏ ਜੀ। ਸਹਿਤ ਪਿਆਰ ਦੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾ। ਗਰੀਬ ਨਿਵਾਜ ਧੀਰਜ ਧਾਰੀ ਪਰ ਉਪਕਾਰੀ ਧਰਮ ਰੱਖਿਅਕ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਥਾਏ ਕਲਗੀਧਰ ਸਾਹਿਬ ਜੀ ਦੇ 52 ਕਵੀਆਂ ਦੇ ਵਿੱਚੋਂ ਕਵੀ ਸ਼੍ਰੋਮਣੀ ਕਵੀ ਸੈਨਾਪਤ ਜੀ ਲਿਖਣਾ ਕਰਦੇ ਨੇ, ਪ੍ਰਗਟ ਭਏ ਸ੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਕਰਮ ਧਰਮ ਕੀ ਜਿਨ ਪਤ ਰਾਖੀ ਪ੍ਰਗਟ ਕਰੀ ਕਲ ਯੁਗ ਮਹਿ ਸਾਖੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੁਨੀਆ ਦੇ ਅੰਦਰ ਕਲਯੁਗ ਦੇ ਸਮੇਂ ਦੇ ਅੰਦਰ ਪ੍ਰਗਟ ਹੋਏ ਨੇ, ਜਿਨ੍ਹਾਂ ਨੇ ਸ਼ੁਭ ਕਰਮਾਂ ਦੀ ਤੇ ਧਰਮ ਦੀ ਪਤ ਆਬਰੋ ਰੱਖ ਲੈਣਾ ਕੀਤੀ ਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧਰਮ ਦੀ ਚਾਦਰ ਆਪਣਾ ਸੀਸ ਕੁਰਬਾਨ ਕਰਕੇ ਸਰਬਤ ਲੋਕਾਈ ਦੇ ਧਰਮ ਨੂੰ ਬਚਾ ਲੈਣਾ ਕੀਤਾ ਹੈ। ਤੇ ਕਵੀ ਸੈਨਾਪਤ ਜੀ ਲਿਖਣਾ ਕਰਦੇ ਨੇ, ਐਸਾ ਪਰ ਉਪਕਾਰ ਆਪ ਜੀ ਨੇ ਕਰਨਾ ਕੀਤਾ ਹੈ। ਕਲਯੁਗ ਦੇ ਸਮੇਂ ਦੇ ਅੰਦਰ ਆਪ ਜੀ ਨੇ ਆਪਣੀ ਸਾਖੀ ਪ੍ਰਗਟ ਕੀਤੀ ਏ, ਆਪਣਾ ਗੌਰਵਮਈ ਇਤਿਹਾਸ ਪ੍ਰਗਟ ਕਰਨਾ ਕੀਤਾ ਹੈ। ਐਸੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਗੁਰਸਿੱਖ ਆਏ ਨੇ ਤੇ ਆ ਕਰਕੇ ਬੇਨਤੀ ਕੀਤੀ ਏ। ਸੱਚੇ ਪਾਤਸ਼ਾਹ ਜੀ, ਜਦ ਕਿ ਆਪ ਜੀ ਦੇ ਉਪਦੇਸ਼ ਨੇ ਕਿ ਨਾਮ ਜਪਣਾ ਹੀ ਸਰਬਸ਼੍ਰੇਸ਼ਟ ਹੈ, ਇੱਕ ਨਾਮ ਹੀ ਅੰਤ ਨੂੰ ਲੇਖੇ ਵਿੱਚ ਪੈਂਦਾ ਹੈ, ਨਾਮ ਹੀ ਸਹਾਇਤਾ ਕਰਦਾ ਹੈ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਸਾਰੇ ਹੀ ਨਾਮ ਜਪਣ ਕਿਉਂ ਨਹੀਂ ਲੱਗ ਜਾਂਦੇ, ਸਾਰੇ ਹੀ ਸਿਮਰਨ ਕਿਉਂ ਨਹੀਂ ਕਰਦੇ? ਅਸੀਂ ਜੇਕਰ ਯਤਨ ਵੀ ਕਰਦੇ ਹਾਂ ਤੇ ਮਹਾਰਾਜ ਸਾਡਾ ਮਨ ਟਿਕਦਾ ਨਹੀਂ। ਸਾਧ ਸੰਗਤ ਜੀ, ਜਦੋਂ ਬੰਦਗੀ ਇੱਕ ਦੀ ਏ, ਜਗਿਆਸੂ ਇੱਕ ਦੇ ਹਾਂ, ਗੁਰਸਿੱਖ ਇੱਕ ਦੇ ਹਾਂ, ਤੇ ਲਗਭਗ ਸਵਾਲ ਵੀ ਸਭਨਾਂ ਦੇ ਇੱਕੋ ਜਿਹੇ ਹੁੰਦੇ ਨੇ। ਜਿਨ੍ਹਾਂ ਦੇ ਧਰਮ ਵੱਖ-ਵੱਖ ਨੇ ਨਾ, ਪਰ ਧਰਮ ਦੇ ਨਾਲ ਜੁੜੇ ਹੋਏ ਨੇ, ਸਵਾਲ ਲਗਭਗ ਇੱਕ ਹੀ ਹੁੰਦੇ ਨੇ ਜੀ। ਮਨ ਨਹੀਂ ਟਿਕਦਾ, ਮਨ ਸ਼ਾਂਤ ਨਹੀਂ ਹੁੰਦਾ, ਕਿਵੇਂ ਜਪੀਏ, ਜਪਣ ਦੀ ਜੁਗਤੀ ਕੀ ਏ? ਹਜ਼ਾਰਾਂ ਜਗਿਆਸੂ ਵੀ ਹੋਣਗੇ ਨਾ, ਤੇ ਸਵਾਲ ਲਗਭਗ ਸਭਨਾਂ ਦੇ ਇੱਕੋ ਜਿਹੇ ਹੋਣਗੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ 10 ਹੀ ਜਾਮਿਆਂ ਦੇ ਅੰਦਰ ਜਗਿਆਸੂ ਆਉਂਦੇ ਨੇ, ਤੇ ਸਵਾਲ ਲਗਭਗ ਸਭਨਾਂ ਦੇ ਇੱਕੋ ਜਿਹੇ ਹੁੰਦੇ ਨੇ। ਸਾਧ ਸੰਗਤ ਜੀ, ਅਨੰਤ ਕਾਲ ਤੋਂ ਸਾਗਰ ਇੱਕ ਹੀ ਹੈ।
ਸਾਗਰ ਦੇ ਅੰਦਰ ਬੇਅੰਤ ਪਾਣੀ ਹੈ, ਪਾਣੀ ਦੇ ਉੱਪਰ ਲਹਿਰਾਂ ਪੈਂਦੀਆਂ ਨੇ। ਕਿਨਾਰੇ ਤੇ ਆ ਕਰਕੇ ਉਹਨਾਂ ਲਹਿਰਾਂ ਦੇ ਲੁਤਫ ਨੂੰ ਉਠਾਉਣ ਵਾਲੇ, ਦੇਖਣ ਵਾਲੇ, ਦਰਸ਼ਨ ਕਰਨ ਵਾਲੇ ਬੇਅੰਤ ਆਉਂਦੇ ਨੇ, ਸੈਰ ਕਰਨ ਵਾਲੇ ਬੇਅੰਤ ਆਉਂਦੇ ਨੇ। ਸਮੁੰਦਰ ਦੇ ਕੰਢੇ ਤੇ ਜਾਂਦੇ ਨੇ, ਸੈਰ ਕਰਦੇ ਨੇ, ਲਹਿਰਾਂ ਨੂੰ ਦੇਖਦੇ ਨੇ, ਵਾਪਸ ਆ ਜਾਂਦੇ ਨੇ। ਹੁਣ ਸਮੁੰਦਰ ਉਹੀ ਹੀ ਹੈ, ਪਰ ਲਹਿਰਾਂ ਉਸ ਦੇ ਉੱਪਰ ਹਰ ਪਲ ਨਵੀਆਂ ਪੈਂਦੀਆਂ ਨੇ। ਸਮੁੰਦਰ ਉਹੀ ਹੀ ਹੈ, ਜਲ ਉਹੀ ਹੀ ਹੈ। ਇਸੇ ਪ੍ਰਕਾਰ ਸਮੁੰਦਰ ਦੀ ਨਿਆਈ ਨੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਤੇ ਲਹਿਰਾਂ ਦੀ ਨਿਆਈ ਨੇ ਸਤਿਗੁਰੂ ਜੀ ਦੇ ਉਪਦੇਸ਼। ਜਿਵੇਂ ਲਹਿਰਾਂ ਬਦਲਦੀਆਂ ਨੇ, ਪਹਿਲੀਆਂ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ ਨੇ, ਫਿਰ ਨਵੀਆਂ ਪੈਂਦੀਆਂ ਨੇ, ਫਿਰ ਲਿਆ ਹੋ ਜਾਂਦੀਆਂ ਨੇ, ਫਿਰ ਨਵੀਆਂ ਪੈਂਦੀਆਂ ਨੇ, ਪਰ ਉਹਨਾਂ ਸਾਰੀਆਂ ਲਹਿਰਾਂ ਦੇ ਅੰਦਰ ਜਲ ਇੱਕ ਹੀ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਲਹਿਰਾਂ ਰੂਪੀ ਸ਼ਬਦ ਬੇਅੰਤ ਨੇ। ਸਵਾਲ ਲਗਭਗ ਸਭਨਾਂ ਦੇ ਉਹ ਨੇ। ਧੰਨ ਹਨ ਸਤਿਗੁਰੂ ਜੀ, ਸਵਾਲ ਤੇ ਮੁੜ ਮੁੜ ਕੇ ਉਹੀ ਆਉਂਦੇ ਨੇ, ਪਰ ਜਵਾਬ ਹਰ ਵਾਰ ਨਵਾਂ ਦਿੰਦੇ ਨੇ, ਨਵਾਂ ਸ਼ਬਦ ਰਚ ਕਰਕੇ, ਨਵੇਂ ਉਪਦੇਸ਼ਾਂ ਰਾਹੀਂ, ਨਵੇਂ ਬਚਨਾਂ ਦੁਆਰਾ। ਜਿਵੇਂ ਸਮੁੰਦਰ ਉਹੀ ਹੋਈ ਹੈ, ਲਹਿਰਾਂ ਹਰ ਵਾਰ ਨਵੀਆਂ ਉੱਠਦੀਆਂ ਨੇ। ਸਤਿਗੁਰੂ ਜੀ ਉਹੀ ਹੋਈ ਨੇ, ਸ਼ਬਦ ਹਰ ਵਾਰ ਨਵਾਂ ਉਚਾਰਦੇ ਨੇ। ਤੇ ਜਿਵੇਂ ਜਗਿਆਸੂ ਜਨ ਸਮੁੰਦਰ ਦੇ ਕਿਨਾਰੇ ਸੈਰ ਕਰਨ ਵਾਲੇ ਜੀਵਾਂ ਦੀ ਨਿਆਈ ਆਉਂਦੇ ਨੇ, ਸੈਰ ਕਰਕੇ ਚਲੇ ਜਾਂਦੇ ਨੇ। ਗੁਰ ਸਾਗਰ ਦੇ ਪਾਸ ਜਿਹੜੇ ਜਗਿਆਸੂ ਰੂਪੀ ਸੈਲਾਨੀ ਨੇ, ਦਰਸ਼ਨ ਕਰਤਾ ਨੇ, ਜਗਿਆਸੂ ਨੇ, ਆਉਂਦੇ ਨੇ ਤੇ ਸਤਿਗੁਰੂ ਜੀ ਦੇ ਦੀਦਾਰ ਕਰਕੇ, ਦਰਸ਼ਨ ਕਰਕੇ ਮੁੜਦੇ ਜਾਂਦੇ ਨੇ। ਹੋਰ ਆਉਂਦੇ ਨੇ, ਫਿਰ ਸਵਾਲ ਕਰਦੇ ਨੇ, ਫਿਰ ਸਤਿਗੁਰੂ ਜੀ ਜਵਾਬ ਦਿੰਦੇ ਨੇ, ਫਿਰ ਸਭ ਸਤਿਗੁਰੂ ਜੀ ਹਿਰਦਿਆਂ ਨੂੰ ਧੀਰਜ ਬਣਾਉਂਦੇ ਨੇ, ਫਿਰ ਉਪਦੇਸ਼ ਪ੍ਰਾਪਤ ਕਰਕੇ ਚਲੇ ਜਾਂਦੇ ਨੇ। ਗੁਰੂ ਸਮੁੰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਗਰ ਦੀ ਨਿਆਈ ਨੇ, ਸਮੁੰਦਰ ਦੀ ਨਿਆਈ ਨੇ। ਬੇਅੰਤ ਪ੍ਰਕਾਰ ਉਪਦੇਸ਼ ਦੇ ਕਰਕੇ ਜੀਵਾਂ ਦੀ ਜਗਿਆਸਾ ਨੂੰ ਸ਼ਾਂਤ ਕਰਦੇ ਨੇ। ਜਿਹੋ ਜਿਹਾ ਕਿਸੇ ਦਾ ਸਵਾਲ ਹੈ, ਉਹੋ ਜਿਹਾ ਸਤਿਗੁਰੂ ਜੀ ਜਵਾਬ ਦੇਣਾ ਕਰਦੇ ਨੇ। ਅਕਸਰ ਸਵਾਲ ਇੱਕ ਹੋਵੇ ਨਾ, ਤੇ ਜਨ ਸਾਧਾਰਨ ਦੇ ਕੋਲ ਉਸ ਦਾ ਜਵਾਬ ਵੀ ਇੱਕ ਹੀ ਹੁੰਦਾ, ਦੋ ਚਾਰ ਹੋਣਗੇ, ਬਹੁਤੇ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਨੇ, ਬੇਅੰਤ ਜੀਵ ਆਉਂਦੇ ਨੇ, ਬਾਰ-ਬਾਰ ਸਵਾਲ ਕਰਦੇ ਨੇ, ਤੇ ਹਰ ਵਾਰ ਨਵਾਂ ਸ਼ਬਦ ਰਚਦੇ ਨੇ, ਨਵੇਂ ਉਪਦੇਸ਼ ਦੁਆਰਾ। ਪਰ ਜਿਵੇਂ ਲਹਿਰਾਂ ਤੇ ਨਵੀਆਂ ਹੁੰਦੀਆਂ, ਸਭਨਾਂ ਵਿੱਚ ਜਲ ਉਹੀ ਹੀ ਹੁੰਦਾ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਤੇ ਹਰ ਵਾਰ ਬਦਲਦਾ ਹੈ, ਪਰ ਜਲ ਦੀ ਨਿਆਈ ਜੋ ਸਿਧਾਂਤ ਹੈ, ਸਿਧਾਂਤ ਉਹੀ ਹੀ ਹੁੰਦਾ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੀ। ਤੇ ਕਈ ਵਾਰ ਕੁਛ ਕੋ ਭੋਲੇ ਜਗਿਆਸੂ ਇਸ ਪ੍ਰਕਾਰ ਵੀ ਵਿਚਾਰ ਕਰ ਲੈਂਦੇ ਨੇ, ਜੀ ਸਤਿਗੁਰੂ ਜੀ ਬਾਰ-ਬਾਰ ਨਾਮ ਜਪਣ ਦਾ ਉਹੀ ਉਪਦੇਸ਼, ਉਹੀ ਉਪਦੇਸ਼, ਇੱਕੋ ਜਿਹੇ ਸਾਰੇ ਸ਼ਬਦ, ਇੱਕੋ ਜਿਹੀ ਕਥਾ ਵਿਚਾਰ ਨਿਤ ਆਉਂਦੀ ਹੈ। ਤੇ ਸਾਧ ਸੰਗਤ ਜੀ, ਸਾਗਰ ਤੇ ਉਹੀ ਹੈ ਨਾ। ਸੈਲਾਨੀ ਬਦਲਦੇ ਨੇ, ਸੈਰ ਕਰਨ ਵਾਲੇ ਬਦਲਨੇ, ਕੋ ਸਾਗਰ ਸਮੁੰਦਰ ਥੋੜਾ ਬਦਲਦਾ ਹੈ। ਅਨੰਤ ਕਾਲ ਤੋਂ ਸੂਰਜ ਤੇ ਉਹੀ ਹੈ, ਚੰਦਰਮਾ ਤੇ ਉਹੀ ਹੈ, ਧਰਤੀ ਤੇ ਉਹੀ ਹੈ ਨਾ। ਧਰਤੀ ਦੇ ਉੱਪਰ ਵਸਣ ਵਾਲੇ, ਜਨਮ ਲੈਣ ਵਾਲੇ ਮਰ ਕੇ ਚਲੇ ਜਾਂਦੇ ਨੇ, ਨਵੇਂ ਆ ਜਾਂਦੇ ਨੇ, ਬਦਲਦੇ ਨੇ, ਪਰ ਧਰਤੀ ਉਹੀ ਹੈ। ਪ੍ਰਕਾਸ਼ ਕਰਨ ਵਾਲਾ ਸੂਰਜ ਉਹੀ ਹੈ। ਇਸ ਤੋਂ ਲਾਹਾ ਪ੍ਰਾਪਤ ਕਰਨ ਵਾਲੇ, ਫਸਲਾਂ ਉਗਾਉਣ ਪਕਾਉਣ ਵਾਲੇ, ਧੁੱਪ ਸੇਕਣ ਵਾਲੇ ਬਦਲਦੇ ਨੇ, ਸੂਰਜ ਉਹੀ ਹੈ। ਚੰਦ ਉਹੀ ਹੈ। ਵਾਹੀ ਖੇਤੀ ਵਾਲੇ ਉਸਦੀ ਰੌਸ਼ਨੀ ਤੋਂ, ਚਾਂਦਨੀ ਤੋਂ ਲਾਹਾ ਪ੍ਰਾਪਤ ਕਰਨ ਵਾਲੇ ਬਦਲ ਜਾਂਦੇ ਨੇ, ਫਸਲਾਂ ਨੂੰ ਬੀਜਣ ਵਾਲੇ ਬਦਲ ਜਾਂਦੇ ਨੇ। ਚੰਦ ਦੀਆਂ ਕਿਰਨਾਂ ਦੇ ਅੰਦਰ ਦਵਾਈਆਂ ਬਣਾ ਕਰਕੇ ਮਰੀਜ਼ਾਂ ਨੂੰ ਦੇਣ ਵਾਲੇ ਵੈਦ ਵੀ ਬਦਲ ਜਾਂਦੇ ਨੇ, ਪਰ ਚੰਦ ਤੇ ਉਹੀ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੂਰਜਾਂ ਦੇ ਸੂਰਜ ਨੇ, ਚੰਦਾਂ ਦੇ ਵੀ ਚੰਦ ਨੇ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਜੇ ਚੰਦ ਉਹੀ ਹੈ, ਸੂਰਜ ਉਹੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਚੰਦ ਸੂਰਜ ਨੂੰ ਵੀ ਪ੍ਰਕਾਸ਼ ਕਰਨੇ ਵਾਲੇ ਨੇ। ਇਹ ਚੰਦ ਤੇ ਸੂਰਜ ਸੁਤੇ ਪ੍ਰਕਾਸ਼ ਨਹੀਂ, ਪਰ ਤੇ ਪ੍ਰਕਾਸ਼ ਨੇ। ਪਰ ਤੇ ਭਾਵ ਪਰਾਏ ਤੋਂ, ਦੂਜੇ ਤੋਂ ਪ੍ਰਕਾਸ਼ ਲੈਂਦੇ ਨੇ। ਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੁਤੇ ਪ੍ਰਕਾਸ਼ ਨੇ। ਸਹਿ ਭਾਉ ਸੁਤੇ ਪ੍ਰਕਾਸ਼। ਸੁਤੇ ਸਿੱਧ ਆਪਣੇ ਆਪ ਤੋਂ ਪ੍ਰਗਟ ਹੋਏ ਨੇ, ਕਿਸੇ ਨੇ ਪੈਦਾ ਨਹੀਂ ਕੀਤਾ। ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਚੰਦ ਨੂੰ ਪ੍ਰਕਾਸ਼ ਦੇਣ ਵਾਲੇ ਨੇ, ਸੂਰਜ ਨੂੰ ਪ੍ਰਕਾਸ਼ ਦੇਣ ਵਾਲੇ ਨੇ। ਤੇ ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਤੇਜ ਪ੍ਰਤਾਪ ਪ੍ਰਾਪਤ ਕਰਕੇ ਜਿਹੜਾ ਸੂਰਜ ਹੈ, ਉਹ ਚੰਦ ਨੂੰ ਤੇ ਸੰਸਾਰ ਨੂੰ ਦਿੰਦਾ ਹੈ। ਚੰਦ ਤੋਂ, ਜੋ ਚੰਦ ਹੈ, ਸੂਰਜ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਫਿਰ ਦੁਨੀਆ ਨੂੰ ਵੰਡਦਾ ਹੈ। ਪਰ ਗਰੀਬ ਨਿਵਾਜ ਸਤਿਗੁਰੂ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਨੇ, ਸੁਤੇ ਪ੍ਰਕਾਸ਼ ਨੇ, ਸਭਨਾਂ ਨੂੰ ਪ੍ਰਕਾਸ਼ ਦੇਣ ਵਾਲੇ ਨੇ। ਸ਼ਬਦ ਬਦਲਦੇ ਨੇ, ਆਧਾਰ ਉਹੀ ਹੁੰਦਾ ਹੈ, ਸਿਧਾਂਤ ਉਹੀ ਹੁੰਦਾ ਹੈ। ਜੇ ਫਿਰ ਸ਼ਬਦ ਕਿਉਂ ਬਦਲਦੇ ਨੇ, ਜੇ ਆਧਾਰ ਇੱਕ ਹੈ ਤੇ ਸ਼ਬਦ ਉਹ ਕਿਉਂ ਨਹੀਂ ਰਹਿੰਦਾ? ਸ਼ਬਦ ਉਹ ਤਾਂ ਨਹੀਂ ਰਹਿੰਦਾ ਕਿਉਂਕਿ ਜਿਹੜੇ ਜਗਿਆਸੂ ਸਵਾਲ ਕਰਨ ਵਾਲੇ ਨੇ ਨਾ,
ਉਹਨਾਂ ਦੇ ਮਨ ਦੀ ਜਗਿਆਸਾ ਅਲੱਗ-ਅਲੱਗ ਹੈ, ਅਵਸਥਾ ਅਲੱਗ-ਅਲੱਗ ਹੈ। ਜਿਹੋ ਜਿਹੀ ਕਿਸੇ ਦੇ ਮਨ ਦੀ ਅਵਸਥਾ ਹੈ, ਸਤਿਗੁਰੂ ਜੀ ਉਹੋ ਜਿਹਾ ਉਪਦੇਸ਼ ਦਿੰਦੇ ਨੇ, ਉਹੋ ਜਿਹੀਆਂ ਉਗਤੀਆਂ ਦੇ ਨਾਲ, ਉਹੋ ਜਿਹੀਆਂ ਜੁਗਤੀਆਂ ਦੇ ਨਾਲ ਸਮਝਾਉਂਦੇ ਨੇ। ਜੇ ਕੋਈ ਪੰਡਤ ਆ ਕਰਕੇ ਸਵਾਲ ਕਰਦਾ ਹੈ, ਸਤਿਗੁਰੂ ਜੀ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨਾਲ ਸਮਝਾਉਂਦੇ ਨੇ, ਰਾਮ ਕਹਿ ਕਰਕੇ ਸਮਝਾਉਂਦੇ ਨੇ। ਜੇ ਕੋਈ ਮੁਸਲਮਾਨ ਸਤਿਗੁਰੂ ਜੀ ਨੂੰ ਸਵਾਲ ਕਰਦਾ, ਸਤਿਗੁਰੂ ਜੀ ਅੱਲਾਹ ਪਾਕ ਦੀ ਬਾਤ ਪਏ ਕਰਦੇ ਨੇ, ਉਸ ਤੇ ਪਰਵਰਦਗਾਰ ਖੁਦਾਵੰਦ ਦੀ ਗੱਲ ਕਰਕੇ ਉਸ ਦੀ ਭਾਸ਼ਾ, ਉਸ ਦੀ ਬੋਲੀ ਦੇ ਵਿੱਚ ਸਮਝਾਉਂਦੇ ਨੇ। ਫਿਰ ਜਿੰਨੀ ਕੋ ਕਿਸੇ ਦੀ ਸਮਝ ਹੈ ਓਨੇ ਕੁ ਗਿਆਨ ਦੁਆਰਾ ਸਮਝਾਉਂਦੇ ਨੇ। ਸਾਧ ਸੰਗਤ ਜੀ, ਸੂਝਵਾਨ ਟੀਚਰ ਹੋਵੇ, ਉਸਤਾਦ ਹੋਵੇ, ਕਈ ਬੱਚੇ ਉਸ ਦੇ ਪਾਸ ਪੜ੍ਹਦੇ ਹੁੰਦੇ ਨੇ। ਇੱਕ ਹੀ ਸਕੂਲ ਦੇ ਵਿੱਚ ਕਿੰਨੀਆਂ ਕਲਾਸਾਂ ਨੇ, ਸਾਰੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਸਬਜੈਕਟ ਇੱਕ ਤੇ ਨਹੀਂ ਨਾ ਹੁੰਦਾ। ਜਿਹੜਾ ਪਹਿਲੀ ਕਲਾਸ ਵਾਲਾ ਬੱਚਾ, ਉਹਨੂੰ ਦੂਜੀ ਦਾ ਸਿਲੇਬਸ ਨਹੀਂ ਪੜ੍ਹਾਇਆ ਜਾ ਸਕਦਾ। ਜਿਹੜਾ ਦੂਜੀ ਕਲਾਸ ਵਾਲਾ, ਉਹਨੂੰ ਤੀਜੀ ਦਾ ਨਹੀਂ, ਤੀਜੀ ਵਾਲੇ ਨੂੰ ਚੌਥੀ ਦਾ ਨਹੀਂ, ਚੌਥੀ ਵਾਲੇ ਨੂੰ ਪੰਜਵੀਂ ਦਾ ਨਹੀਂ। ਤੇ ਸਾਰੀਆਂ ਕਲਾਸਾਂ ਇਸੇ ਪ੍ਰਕਾਰ ਸਾਧ ਸੰਗਤ ਜੀ, ਹੁਣ ਪੰਜਵੀਂ ਦੇ ਬੱਚੇ ਨੂੰ 10ਵੀਂ ਕਲਾਸ ਵਾਲਾ ਸਿਲੇਬਸ ਤੇ ਨਹੀਂ ਨਾ ਪੜ੍ਹਾਇਆ ਜਾ ਸਕਦਾ। ਜਿੰਨੀ ਕੁ ਕਿਸੇ ਦੀ ਬੁੱਧ ਵਿਕਸਿਤ ਹੋਈ ਹੈ, ਜਿੰਨੇ ਕੁ ਦਾ ਕੋਈ ਅਧਿਕਾਰੀ ਹੈ, ਉਸੇ ਪ੍ਰਕਾਰ ਦੀ ਉਤਨੀ ਕੁ ਵਿਦਿਆ ਉਸ ਨੂੰ ਪੜ੍ਹਾਈ ਜਾਂਦੀ ਹੈ। ਜੋ ਸਵਾਲ ਕਰਨ ਵਾਲੇ ਨੇ, ਜਿੰਨੀ ਕੁ ਕਿਸੇ ਦੀ ਅਵਸਥਾ ਹੈ, ਜਿਤਨਾ ਕੁ ਕਿਸੇ ਦਾ ਧਿਆਨ ਹੈ, ਜਿਤਨੀ ਕੁ ਕਿਸੇ ਦੀ ਸੁਰਤ ਹੈ, ਜਿਤਨਾ ਕੁ ਹਿਰਦਾ ਵਿਕਸਿਤ ਹੋਇਆ ਹੈ ਪਰਮਾਤਮਾ ਜੀ ਦੀ ਬੰਦਗੀ ਵੱਲ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਯੋਗ ਅਧਿਕਾਰੀ ਜਾਣ ਕੇ ਉਸ ਨੂੰ ਉਸ ਦੀ ਬੁੱਧੀ ਦੇ ਮੁਤਾਬਕ ਹੀ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ। ਇਸ ਪ੍ਰਕਾਰ ਜਿਵੇਂ ਸਮੁੰਦਰ ਤੇ ਨਵੀਆਂ ਲਹਿਰਾਂ ਉੱਠਦੀਆਂ ਨੇ, ਸਤਿਗੁਰੂ ਜੀ ਨਵੇਂ-ਨਵੇਂ ਸ਼ਬਦ ਰਚ ਕਰਕੇ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ, ਪਰ ਸਾਰੀਆਂ ਲਹਿਰਾਂ ਦੇ ਅੰਦਰ ਜਲ ਉਹੀ ਹੋਈ ਹੁੰਦਾ ਹੈ। ਸਤਿਗੁਰੂ ਜੀ ਦੇ ਸ਼ਬਦਾਂ ਦੇ ਅੰਦਰ ਸਿਧਾਂਤ ਉਹੀ ਹੋਈ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ, ਵਿਕਾਰਾਂ ਤੋਂ ਬਚਣਾ, ਮੋਹ ਮਾਇਆ, ਲਾਲਚ, ਈਰਖਾ, ਰਾਗ ਦਵੈਸ਼ ਦਾ ਤਿਆਗ ਕਰਨਾ, ਨਿਸ਼ਕਾਮ ਭਾਵ ਦੇ ਨਾਲ ਸਿਮਰਨ ਕਰਨਾ, ਨਿਸ਼ਕਾਮ ਭਾਵ ਦੇ ਨਾਲ ਸੇਵਾ ਕਰਨੀ, ਆਪਣੇ ਜੀਵਨ ਮਨੋਰਥ ਨੂੰ ਸਫਲਾ ਕਰਨਾ, ਦੂਜਿਆਂ ਦਾ ਬੁਰਾ ਨਾ ਕਰਨਾ, ਸਦਾ ਪਰ ਉਪਕਾਰ ਵਾਲਾ ਜੀਵਨ ਧਾਰਨ ਕਰਕੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਅੰਦਰ ਸਦਾ ਹੀ ਰਹਿਣਾ। ਸਿਧਾਂਤ ਸਤਿਗੁਰੂ ਜੀ ਦੇ ਉਹ ਰਹਿੰਦੇ ਨੇ। ਉਦਾਹਰਣਾਂ ਬਦਲ ਜਾਂਦੀਆਂ ਨੇ। ਜੇ ਪ੍ਰਕਾਸ਼ ਦੀ ਉਦਾਹਰਣ ਦੇਣੀ ਹੈ, ਕਦੇ ਉਦਾਹਰਣ ਦੀਵੇ ਦੀ ਦਿੱਤੀ ਹੈ, ਕਦੇ ਉਦਾਹਰਣ ਚੰਦ ਦੀ ਦਿੱਤੀ ਹੈ, ਕਦੇ ਸੂਰਜ ਦੀ ਦਿੱਤੀ ਹੈ। ਉਦਾਹਰਣਾਂ ਬਦਲਦੀਆਂ ਨੇ, ਆਧਾਰ ਉਹੀ ਹੋ ਰਹਿੰਦਾ ਹੈ, ਸਿਧਾਂਤ ਉਹੀ ਹੋ ਰਹਿੰਦਾ ਹੈ, ਤਤ ਸਿਧਾਂਤ ਉਹੀ ਹੋ ਰਹਿੰਦਾ ਹੈ। ਇਸੇ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਜਿਹੋ ਜਿਹੇ ਸਵਾਲ ਅਸੀਂ ਪਿਛਲੇ ਜਗਿਆਸੂਆਂ ਦੇ ਸੁਣਦੇ ਆਏ ਹਾਂ, ਹੁਣ ਜਗਿਆਸੂ ਬਦਲੇ ਨੇ, ਮਨ ਤੇ ਉਹੀ ਹੋਈ ਹੈ। 84 ਲੱਖ ਦਾ ਗੇੜਾ ਤੇ ਉਹੀ ਹੋਈ ਹੈ, ਮੋਹ ਮਾਇਆ ਦੀਆਂ ਵਾਸ਼ਨਾਵਾਂ ਤੇ ਉਹੀ ਹੋਈ ਨੇ, ਫਾਹੀਆਂ ਤੇ ਉਹੀ ਹੋਈ ਨੇ। ਜਦੋਂ ਫਾਹੀਆਂ ਉਹ ਨੇ ਤੇ ਫਿਰ ਕੱਟਣ ਵਾਸਤੇ ਬੇਨਤੀਆਂ ਵੀ ਉਹੋ ਜਿਹੀਆਂ ਹੀ ਹੋਣੀਆਂ। ਹੁਣ ਇੱਕ ਅੱਗ ਹੈ, ਵੱਖ-ਵੱਖ ਸਮੇਂ ਦੇ ਅੰਦਰ ਵੱਖ-ਵੱਖ ਬੰਦਿਆਂ ਨੂੰ ਸੇਕ ਲੱਗੇ। ਕਿਸੇ ਨੂੰ ਸਵੇਰੇ ਸੇਕ ਲੱਗਾ, ਕਿਸੇ ਨੂੰ ਦੁਪਹਿਰੇ ਲੱਗਾ, ਕਿਸੇ ਨੂੰ ਸ਼ਾਮ ਨੂੰ ਲੱਗਾ। ਵਕਤ ਬਦਲ ਗਿਆ, ਇਨਸਾਨ ਬਦਲ ਗਏ, ਪਰ ਅੱਗ ਉਹੀ ਹੋਈ ਆ ਤੇ ਸੇਕ ਵੀ ਉਹੀ ਹੋਏ ਹੋਣਾ ਹੈ। ਜਦੋਂ ਸੇਕ ਉਹ ਹੋਏ, ਉਸ ਸੇਕ ਦਾ ਦੁੱਖ ਵੀ ਉਹੋ ਜਿਹਾ ਹੋਣਾ ਹੈ, ਦੁੱਖ ਦਾ ਅਨੁਭਵ ਵੀ ਉਹੋ ਜਿਹਾ ਹੋਣਾ ਹੈ। ਤੇ ਅਨੁਭਵ ਕਰਕੇ ਜਿਹੜੀ ਮੁਖ ਚੋਂ ਪੁਕਾਰ ਨਿਕਲਣੀ ਹੈ, ਆਵਾਜ਼ ਨਿਕਲਣੀ ਹੈ, ਚੀਕ ਨਿਕਲਣੀ, ਆਵਾਜ਼ ਨਿਕਲਣੀ ਹੈ ਨਾ, ਉਹ ਵੀ ਲਗਭਗ ਉਹੀ ਹੋਈ ਜੀ ਹੋਣੀ ਹੈ। ਕਿਸੇ ਦੀ ਸੁਰ ਉੱਚੀ ਹੋ ਸਕਦੀ ਹੈ, ਕਿਸੇ ਦੀ ਨੀਵੀਂ ਹੋ ਸਕਦੀ ਹੈ, ਪਰ ਦਰਦ ਉਹੀ ਹੋਈ ਹੈ, ਸੇਕ ਉਹੀ ਹੋਈ ਹੈ, ਜਲਨ ਉਹੀ ਹੋਈ ਹੈ। ਇਸੇ ਪ੍ਰਕਾਰ ਪਾਣੀ ਦੀ ਉਦਾਹਰਣ ਲੈ ਲਈਏ। ਕੋਈ ਸਮੁੰਦਰ ਦੇ ਵਿੱਚ ਡੁੱਬਿਆ, ਕੋਈ 100 ਸਾਲ ਪਹਿਲਾਂ ਡੁੱਬਿਆ ਹੋਵੇਗਾ, ਕੋਈ 50 ਸਾਲ ਪਹਿਲਾਂ ਡੁੱਬਿਆ ਹੋਵੇਗਾ, ਕੋਈ 10 ਸਾਲ ਪਹਿਲਾਂ ਡੁੱਬ ਕੇ ਮਰ ਗਿਆ, ਤੇ ਕੁਝ ਮੌਜੂਦਾ ਸਮੇਂ 'ਚ ਡੁੱਬ ਕੇ ਮਰੀ ਜਾਂਦੇ ਨੇ। ਜਿਸ ਵੇਲੇ ਡੁੱਬ ਕੇ ਮਰਿਆ ਨਾ, ਤੇ ਪਾਣੀ ਵਿੱਚ ਡੁੱਬ ਕੇ ਮਰਨ ਦਾ ਦੁੱਖ ਸਭਨਾਂ ਨੂੰ ਇੱਕੋ ਜਿਹਾ ਹੀ ਲੱਗਣਾ ਹੈ। ਸਮਾਂ ਭਾਵੇਂ ਸਤਯੁਗ ਦਾ ਸੀ ਤੇ ਭਾਵੇਂ ਕਲਯੁਗ ਦਾ ਹੈ। ਸਮਾਂ ਭਾਵੇਂ ਦੁਪਹਿਰ ਦਾ, ਭਾਵੇਂ ਰਾਤ ਦਾ ਹੈ, ਅੱਧੀ ਰਾਤ ਹੈ ਜਾਂ ਭੋਰ ਅੰਮ੍ਰਿਤ ਵੇਲਾ ਹੈ। ਜਿਹੜਾ ਡੁੱਬ ਕੇ ਮਰਿਆ ਨਾ, ਡੁੱਬਣ ਦਾ ਦੁੱਖ ਇੱਕੋ ਜਿਹਾ ਹੀ ਲੱਗਣਾ ਹੈ, ਡੁੱਬਣ ਵੇਲੇ ਦੁੱਖ ਇੱਕੋ ਜਿਹਾ ਪ੍ਰਤੀਤ ਹੋਣਾ ਹੈ। ਇਸੇ ਪ੍ਰਕਾਰ ਸੈਰ ਕੀਤੀ ਏ, ਕਿਸੇ ਨੇ ਮਹੀਨਾ ਪਹਿਲਾਂ, ਕਿਸੇ ਨੇ ਅੱਜ ਕਰ ਲਈ, ਹਰਿਆਵਲ ਸਭਨਾਂ ਨੂੰ ਇੱਕੋ ਜਿਹੀ ਦਿਸਣੀ ਏ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਸਾਰੀਆਂ ਉਦਾਹਰਣਾਂ ਨੇ, ਸਮੇਂ ਅਨੁਸਾਰ ਬਦਲ ਸਕਦੀਆਂ ਨੇ, ਪਰ ਆਧਾਰ ਇੱਕ ਹੀ ਰਹਿਣਾ ਹੈ। ਇਸੇ ਪ੍ਰਕਾਰ ਜੀਵ ਬਦਲਦੇ ਨੇ, ਸਮਾਂ ਬਦਲਦਾ ਹੈ, ਜਗਿਆਸੂ ਬਦਲਦੇ ਨੇ, ਪਰ ਸਵਾਲ ਲਗਭਗ ਸਭਨਾਂ ਦੇ ਇੱਕੋ ਜਿਹੇ ਹੁੰਦੇ ਨੇ। ਹਿਰਦੇ ਦਾ ਦਰਦ ਇੱਕੋ ਜਿਹਾ ਹੀ ਹੈ, ਵੇਦਨਾ ਇੱਕੋ ਜਿਹੀ ਹੈ। ਮਹਾਰਾਜ, ਇਹ ਮਾਇਆ ਬੜੀ ਤੰਗ ਕਰਦੀ ਏ। ਮਹਾਰਾਜ, ਇਹ ਮਨ ਨਹੀਂ ਟਿਕਦਾ। ਮਹਾਰਾਜ, ਮੋਹ ਮਾਇਆ ਦੇ ਮਾਰੇ ਹੋਏ ਆ, ਛੁੱਟ ਕਿਵੇਂ ਜਾਈਏ? ਸਵਾਲ ਲਗਭਗ ਇੱਕੋ ਜਿਹੇ ਹੋਣਗੇ।
ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸੇ ਆਧਾਰ ਨੂੰ ਕਾਇਮ ਰੱਖਦਿਆਂ ਹੋਇਆਂ ਉਦਾਹਰਣਾਂ ਬਦਲ ਬਦਲ ਕੇ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ। ਤੇ ਗੁਰਸਿੱਖਾਂ ਨੇ, ਜਗਿਆਸੂਆਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜਦ ਕਿ ਅਸੀਂ ਆਪ ਜੀ ਦੇ ਉਪਦੇਸ਼ਾਂ ਨੂੰ ਸਰਵਣ ਕਰਦੇ ਹਾਂ, ਪੜ੍ਹਦੇ ਹਾਂ, ਬਜ਼ੁਰਗਾਂ ਤੋਂ ਸੁਣਦੇ ਹਾਂ, ਸੰਤਾਂ ਮਹਾਤਮਾ ਦੇ ਬਚਨਾਂ ਦੁਆਰਾ ਜਾਣਦੇ ਹਾਂ ਕਿ ਵਾਹਿਗੁਰੂ ਜੀ ਦਾ ਨਾਮ ਜਪਣਾ ਹੀ ਸਰਵਸ਼੍ਰੇਸ਼ਟ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਗਿਆਨ ਤੇ ਸਭਨਾਂ ਨੂੰ ਹੀ ਹੈ। ਸਾਰੇ ਮਾਈ ਭਾਈ ਇਸ ਗੱਲ ਨੂੰ ਜਾਣਦੇ ਨੇ। ਬੰਦਗੀ ਤੋਂ ਬਿਨਾਂ ਸੁੱਖ ਨਹੀਂ ਮਿਲਣਾ, ਸਭਨਾਂ ਨੂੰ ਪਤਾ ਹੈ। ਸੁੱਖ ਬੰਦਗੀ ਕਰਕੇ ਹੀ ਮਿਲਣਾ ਹੈ। ਮਹਾਰਾਜ ਫਿਰ ਸਾਰੇ ਨਾਮ ਨੂੰ ਕਿਉਂ ਨਹੀਂ ਜਪਦੇ ਹਨ? ਸਾਰੇ ਜੀਵ ਸਾਡੇ ਸਮੇਤ ਨਾਮ ਦੇ ਨਾਲ ਕਿਉਂ ਨਹੀਂ ਇਕਮਿਕ ਹੋ ਜਾਂਦੇ? ਮਨ ਆਪਣਾ ਨਾਮ ਦੇ ਅੰਦਰ ਕਿਉਂ ਨਹੀਂ ਤਦਾਕਾਰ ਕਰ ਲੈਂਦੇ? ਸੱਚੇ ਪਾਤਸ਼ਾਹ ਇਹ ਨਾਮ ਜਪਣ ਦੀ ਭਾਵਨਾ ਮਨ ਦੇ ਅੰਦਰ ਪ੍ਰਗਟ ਕਿਉਂ ਨਹੀਂ ਹੁੰਦੀ ਹੈ? ਤੇ ਜਗਿਆਸੂਆਂ ਦੇ ਸਵਾਲਾਂ ਨੂੰ ਸ਼ਰਵਣ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਹਨ ਜੀ। ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਨਾ ਕਰਦੇ ਨੇ, ਸਿੱਖੋ ਜਿਹੜਾ ਪ੍ਰਾਣਾਧਾਰੀ ਜੀਵ ਹੈ ਨਾ, ਇਸ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰਨਾ ਚਿੱਤ ਦੇ ਵਿੱਚ ਯਾਦ ਹੀ ਨਹੀਂ ਆਉਂਦਾ ਹੈ। ਚਿੱਤ ਦੇ ਵਿੱਚ ਫੁਰਨਾ ਹੀ ਨਹੀਂ ਫੁਰਦਾ ਕਿ ਵਾਹਿਗੁਰੂ ਜੀ ਦੀ ਬੰਦਗੀ ਕਰਾਂ। ਸਹਿਤ ਸ਼ਰਧਾ ਦੇ, ਸਹਿਤ ਭਾਵਨਾ ਦੇ ਇਸ ਦੇ ਮਨ ਦਾ ਫੁਰਨਾ ਹੀ ਨਹੀਂ ਬਣਦਾ। ਪਰਮਾਤਮਾ ਜੀ ਦਾ ਨਾਮ ਇਸ ਨੂੰ ਚਿੱਤ ਹੀ ਨਹੀਂ ਆਉਂਦਾ, ਯਾਦ ਹੀ ਨਹੀਂ ਆਉਂਦਾ ਹੈ। ਐਹਨਿਸ ਮਗਨ ਰਹਿ ਮਾਇਆ ਮੈਂ। ਮਹਾਰਾਜ ਇਹੀਓ ਤੇ ਸਵਾਲ ਹੈ। ਜਦ ਕਿ ਪਤਾ ਨਾਮ ਜਪਣਾ ਚਾਹੀਦਾ, ਫਿਰ ਚਿੱਤ ਕਿਉਂ ਨਹੀਂ ਆਉਂਦਾ, ਯਾਦ ਕਿਉਂ ਨਹੀਂ ਆਉਂਦਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਜਿਹੜਾ ਜੀਵ ਹੈ ਨਾ, ਅਹਨਿਸ ਰਾਤ ਦਿਨ ਮਾਇਆ ਦੇ ਅੰਦਰ ਹੀ ਮਗਨ ਰਹਿੰਦਾ ਹੈ। ਮਾਇਆ ਇਕੱਠੀ ਕਰ ਲਵਾਂ, ਦੂਜਿਆਂ ਕੋ ਵੀ ਖੋ ਕੇ ਲੈਵਾਂ, ਠੱਗੀ ਠੋਰੀ ਕਿਵੇਂ ਕਰ ਲਵਾਂ, ਸੈਂਕੜਿਆਂ ਤੋਂ ਹਜ਼ਾਰ, ਹਜ਼ਾਰਾਂ ਤੋਂ ਲੱਖਾਂ ਤੇ ਲੱਖਾਂ ਤੋਂ ਕਰੋੜੇ ਕਿਵੇਂ ਬਣਾ ਲਵਾਂ। ਰਾਤ ਦਿਨ ਮਾਇਆ ਦੇ ਮੋਹ ਦੇ ਅੰਦਰ ਹੀ ਮਗਨ ਹੋਇਆ ਰਹਿੰਦਾ ਹੈ। ਕਹੂ ਕੈਸੇ ਗੁਣ ਗਾਵੇ। ਤੇ ਭਾਈ ਜਦੋਂ ਮਨ ਮਾਇਆ ਦੇ ਵਿੱਚ ਹੀ ਲੱਗਾ ਰਹੇਗਾ ਤੇ ਫਿਰ ਕਹਿਣਾ ਕਰੋ ਖਾਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਕਿਵੇਂ ਗਾ ਲਵੇਗਾ। ਹੁਣ ਇੱਕ ਇਨਸਾਨ ਹੈ, ਜੇ ਘਰ ਦੇ ਵਿੱਚ ਬੈਠਾ ਤੇ ਦੁਕਾਨ ਤੇ ਨਹੀਂ ਹੋ ਸਕਦਾ, ਜੇ ਘਰ ਦੇ ਵਿੱਚ ਬੈਠਾ ਤੇ ਆਪਣੇ ਆਫਿਸ ਵਿੱਚ ਨਹੀਂ ਹੋ ਸਕਦਾ, ਜੌਬ ਤੇ ਹਾਜ਼ਰ ਨਹੀਂ ਹੋ ਸਕਦਾ। ਜੇ ਜੌਬ ਤੇ ਹਾਜ਼ਰ ਹੋਣਾ ਹੈ, ਨੌਕਰੀ ਤੇ ਹਾਜ਼ਰ ਹੋਣਾ ਹੈ, ਦਫ਼ਤਰ ਵਿੱਚ ਹਾਜ਼ਰ ਹੋਣਾ ਹੈ, ਹੱਟੀ ਤੇ ਜਾ ਕੇ ਬੈਠਣਾ ਤੇ ਘਰ ਨੂੰ ਛੱਡਣਾ ਪਵੇਗਾ, ਘਰ ਚੋਂ ਉੱਠ ਕੇ ਜਾਣਾ ਪਵੇਗਾ। ਇੱਕੇ ਸਮੇਂ ਤੇ ਦੋਵਾਂ ਥਾਵਾਂ ਤੇ ਨਹੀਂ ਨਾ ਹੋ ਸਕਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਮਨ ਹੈ, ਜੇ ਤੇ ਮਾਇਆ ਦੇ ਵਿੱਚ ਲੱਗਾ ਤੇ ਪ੍ਰਮਾਤਮਾ ਜੀ ਦੇ ਵੱਲ ਨਹੀਂ, ਤੇ ਜੇ ਪ੍ਰਮਾਤਮਾ ਜੀ ਦੇ ਵੱਲ ਲੱਗਾ ਤੇ ਫਿਰ ਮਾਇਆ ਦਾ ਮੋਹ ਨਹੀਂ ਉਪਜੇਗਾ। ਇੱਕ ਪਾਸੇ ਹੀ ਲੱਗਣਾ ਹੈ। ਸੰਸਾਰ ਵੱਲ ਲਾ ਲਵੋ ਜਾਂ ਨਿਰੰਕਾਰ ਵੱਲ ਲਾਵੋ। ਸਾਨੂੰ ਜੀਵਾਂ ਨੂੰ ਸੰਸਾਰ ਪਿਆਰਾ ਲੱਗਦਾ ਹੈ, ਮੁਆਫ ਕਰਨਾ ਹੈ। ਸਾਰੇ ਜਗਿਆਸੂਆਂ ਗੁਰਮੁਖਾਂ ਦੀ ਬਾਤ ਨਹੀਂ, ਪਰ ਬਹੁ ਗਿਣਤੀ ਦੀ ਹਾਲਤ ਇਹ ਹੈ ਕਿ ਨਿਰੰਕਾਰ ਪਿਆਰਾ ਨਹੀਂ ਲੱਗਦਾ। ਸੰਸਾਰ ਦਾ ਸੰਬੰਧ ਪਿਆਰਾ ਲੱਗਦਾ ਹੈ, ਨਿਰੰਕਾਰ ਦਾ ਸੰਬੰਧ ਪਿਆਰਾ ਨਹੀਂ ਲੱਗਦਾ। ਸੰਸਾਰ ਦਾ ਮੋਹ ਪਿਆਰਾ ਲੱਗਦਾ ਹੈ, ਨਿਰੰਕਾਰ ਜੀ ਦਾ ਪਿਆਰ ਪਿਆਰਾ ਨਹੀਂ ਲੱਗਦਾ। ਸੰਸਾਰ ਦੇ ਸੰਬੰਧੀਆਂ ਨੂੰ ਸਦਾ ਮਿਲਣਾ ਲੋਚਦੇ ਹਾਂ ਜੀ। ਨਾਨਕੇ ਗਏ ਨੂੰ ਸਾਲ ਹੋਇਆ, ਜਾਈ ਆਈਏ, ਮਾਮਿਆਂ ਨੂੰ ਮਿਲ ਆਈਏ, ਨਾਨੀ ਨਾਨੇ ਨੂੰ ਮਿਲ ਆਈਏ। ਸੰਬੰਧੀਆਂ ਨੂੰ ਮਿਲਣੇ ਨੂੰ ਚਿੱਤ ਕਰਦਾ ਹੈ, ਹਿਰਦੇ ਵਿੱਚ ਕਾਂਗ ਉਪਜਦੀ ਹੈ, ਤਾਂਗ ਉਪਜਦੀ ਹੈ। ਪਰ ਵਿਰਲੇ ਗੁਰਮੁਖਾਂ ਤੋਂ ਇਲਾਵਾ ਜਿਹੜੇ ਦੁਨਿਆਵੀ ਜੀਵ ਨੇ ਨਾ, ਪਰਮਾਤਮਾ ਨੂੰ ਮਿਲਣੇ ਦੀ ਤਾਂਗ ਉਪਜਦੀ ਨਹੀਂ। ਐਸਾ ਫੁਰਨਾ ਵੀ ਨਹੀਂ ਬਣਦਾ ਕਿ ਪਰਮਾਤਮਾ ਜੀ ਨੂੰ ਮਿਲੀਏ। ਸੰਬੰਧੀਆਂ ਨੂੰ ਮਿਲਣੇ ਦੀ ਤਾਂਗ ਉਪਜਦੀ ਹੈ, ਫੁਰਨਾ ਬਣਦਾ ਹੈ, ਹਿਰਦਾ ਵਿਚਲਿਤ ਹੁੰਦਾ ਹੈ। ਫਿਰ ਜਿਹੜਾ ਪ੍ਰਾਣੀ ਇਹਨਾਂ ਸੰਬੰਧ ਕਰਦਾ ਹੈ, ਕਿਵੇਂ ਜੀ? ਕਦੇ ਫੋਨ ਦੇ ਨਾਲ, ਕਦੇ ਸੁਨੇਹਾ ਭੇਜ ਕੇ। ਇਸੇ ਪ੍ਰਕਾਰ ਕਦੇ ਜਾ ਕੇ ਮਿਲਦਾ, ਕਦੇ ਫੋਨ ਤੇ ਬੁਲਾ ਲੈਂਦਾ, ਜੀ ਆ ਕੇ ਮਿਲੀ ਜਾਓ, ਮਿਲੀ ਜਾਓ ਆ ਕੇ। ਸੰਬੰਧੀਆਂ ਨੂੰ ਮਿਲਣਾ ਲੋਚਦਾ ਹੈ, ਜਿਵੇਂ ਕਿਵੇਂ ਸੰਪਰਕ ਪੈਦਾ ਕਰਕੇ ਮਿਲਦਾ ਹੈ। ਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੁੱਖਾਂ ਨੂੰ ਮੇਟਣ ਵਾਲੇ ਨੇ, ਸੰਕਟਾਂ ਨੂੰ ਮਿਟਾਉਣ ਵਾਲੇ ਨੇ, ਜੰਮਣ ਮਰਨ ਕੱਟਣ ਵਾਲੇ ਨੇ, ਸੁੱਖਾਂ ਦੇ ਦਾਤੇ ਨੇ। ਪਰ ਉਸ ਨੂੰ ਮਿਲਣ ਵਾਸਤੇ ਕਦੇ ਤਾਂਗ ਨਹੀਂ ਉਪਜਦੀ। ਕਰੋੜਾਂ ਜਗਿਆਸੂ ਧਾਰਮਿਕ ਅਸਥਾਨਾਂ ਤੇ ਆਉਂਦੇ ਨੇ। ਉਹਨਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧ ਨਾਏ ਰਸੀਆ, ਇੱਕ ਅੱਧਾ ਨਾਮ ਦਾ ਰਸੀਆ ਹੁੰਦਾ ਹੈ, ਜਿਹੜਾ ਆ ਕੇ ਬੇਨਤੀ ਕਰਦਾ ਹੋਵੇ, ਗਰੀਬ ਨਿਵਾਜ ਪਰਮ ਪਿਤਾ ਪਰਮੇਸ਼ਰ ਜੀ ਸਾਹਿਬ ਜੀ ਆਪਣਾ ਦੀਦਾਰ ਬਖਸ਼ੋ, ਹੇ ਕਲਗੀਧਰ ਸੱਚੇ ਪਾਤਸ਼ਾਹ ਜੀ ਆਪਣਾ ਪ੍ਰਤੱਖ ਦਰਸ਼ਨ ਬਖਸ਼ੋ। ਉਹ ਕਰੋੜਾਂ ਵਿੱਚੋਂ ਇੱਕ ਹੋਵੇਗਾ। ਹਜ਼ੂਰ ਫਰਮਾਵਣਾ ਕਰਦੇ ਨੇ, ਹੈ ਨਹੀਂ ਉਹ ਵਿਰਲੇ ਨੇ
ਜਿਨ੍ਹਾਂ ਦੇ ਮਨ ਵਿੱਚ ਭਾਵਨਾ ਉਪਜਦੀ ਏ, ਪ੍ਰਾਪਤ ਕਰ ਲਈਏ, ਦਰਸ਼ਨ ਕਰ ਲਈਏ, ਗੁਰ ਪਰਮੇਸ਼ਰ ਜੀ ਨੂੰ ਪ੍ਰਤੱਖ ਮਿਲ ਲਈਏ। ਮਨ ਵਿੱਚ ਭਾਵਨਾ ਨਹੀਂ ਉਪਜਦੀ ਜੀ। ਕਿਉਂ ਨਹੀਂ ਉਪਜਦੀ? ਤਾਂ ਨਹੀਂ ਉਪਜਦੀ ਜਿਹੜਾ ਮਨ ਹੈ ਇਹ ਤੇ ਮਾਇਆ ਵਿੱਚ ਲੱਗਾ ਹੋਇਆ ਨਾ, ਮਾਇਆ ਦੇ ਰਸਾਂ ਨੂੰ ਮਾਣਦਾ ਹੈ, ਪਦਾਰਥਾਂ ਦੇ ਰਸਾਂ ਨੂੰ ਮਾਣਦਾ ਹੈ, ਸਰੀਰਕ ਭੋਗਾਂ ਦੇ ਰਸਾਂ ਨੂੰ ਮਾਣਦਾ ਹੈ। ਇਤਨਾ ਤਿੰਨਾਂ ਦੇ ਵਿੱਚ ਗਲਤਾਨ ਹੋ ਗਿਆ, ਮਗਨ ਹੋ ਗਿਆ, ਖਚਤ ਹੋ ਗਿਆ, ਜੁੜ ਗਿਆ, ਲੱਗ ਗਿਆ। ਵਾਹਿਗੁਰੂ ਜੀ ਦੇ ਦੀਦਾਰ ਕਰਨੇ ਦਾ, ਨਾਮ ਜਪਣੇ ਦਾ, ਸਿਮਰਨ ਕਰਨੇ ਦਾ ਮਨ ਦੇ ਅੰਦਰ ਫੁਰਨਾ ਹੀ ਨਹੀਂ ਉਪਜਦਾ ਹੈ, ਚਿੰਤਨ ਹੀ ਨਹੀਂ ਬਣਦਾ ਹੈ, ਮਨ ਵਿੱਚ ਚਿਤਵਨੀ ਵੀ ਨਹੀਂ ਆਉਂਦੀ ਕਿ ਮੈਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਲਵਾਂ। ਸੋ ਕਹਿਣਾ ਕਰੋ ਖਾਂ, ਕਿਵੇਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਲਵੇ ਜਦੋਂ ਕਿ ਮਨ ਹੀ ਮਾਇਆ ਦੇ ਮੋਹ ਵਿੱਚ ਮਗਨ ਹੈ। ਇਸੇ ਪ੍ਰਕਾਰ ਸ਼ੁਰੂ ਤੋਂ ਪੜ੍ਹਦੇ ਹੋ ਜੀ। ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੈ। ਸਿੱਖੋ, ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਜਸ ਕਰਨਾ, ਬੰਦਗੀ ਕਰਨੀ, ਵਡਿਆਈ ਕਰਨੀ, ਪ੍ਰਾਣੀ ਨੂੰ ਮਨ ਦੇ ਵਿੱਚ ਇਸ ਦਾ ਸਿਮਰਨ ਕਰਨਾ ਯਾਦ ਵੀ ਨਹੀਂ ਆਉਂਦਾ ਹੈ। ਪ੍ਰਾਣੀ ਨੂੰ ਮਨ ਕਰਕੇ, ਮਨ ਦੇ ਪਿਆਰ ਕਰਕੇ ਸਿਮਰਨ ਕਰਨਾ, ਵਾਹਿਗੁਰੂ ਜੀ ਦਾ ਜਸ ਕਰਨਾ ਨਹੀਂ ਆਉਂਦਾ ਹੈ। ਐਹਨਿਸ ਮਗਨ ਰਹਿ ਮਾਇਆ ਮੈਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਉਂ ਨਹੀਂ ਆਉਂਦਾ? ਹਜ਼ੂਰ ਫਰਮਾਉਂਦੇ ਨੇ ਕਿ ਪਹਿਲਾਂ ਤੇ ਇਸ ਨੂੰ ਜਪਣਾ ਹੀ ਨਹੀਂ ਆਉਂਦਾ ਹੈ। ਜਿਹੜਾ ਪਰਮਾਤਮਾ ਜੀ ਦਾ ਜਸ ਕਰਨਾ ਨਾ, ਪਹਿਲਾਂ ਤੇ ਜਸ ਕਰਨਾ ਹੀ ਨਹੀਂ ਆਉਂਦਾ। ਪਹਿਲਾ ਔਗਣ ਇਹ ਆ, ਪਰਮਾਤਮਾ ਜੀ ਨੂੰ ਵੱਡਾ ਆਖੀਏ ਕਿਵੇਂ, ਪਰਮਾਤਮਾ ਜੀ ਦੀ ਬੰਦਗੀ ਕਰੀਏ ਕਿਵੇਂ। ਜੀਵ ਵਿਚਾਰੇ ਦੀ ਹਾਲਤ ਇਹ ਹੈ, ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ। ਇੱਕ ਸੋਨੇ ਦੇ ਤਖਤ ਤੇ ਸੱਜਣ ਵਾਲਾ, ਸੀਸ ਤੇ ਸੋਨੇ ਦਾ ਛਤਰ ਝੁਲਦਾ ਹੋਵੇ, ਰਾਜੇ ਨਮਸਕਾਰਾਂ ਕਰਦੇ ਹੋਣ, ਡੰਡੌਤਾਂ ਕਰਦੇ ਹੋਣ, ਚਰਨਾਂ ਤੇ ਭੇਟਾਵਾਂ ਰੱਖ ਕੇ ਮੱਥੇ ਟੇਕਦੇ ਹੋਣ, ਮਖਮਲੀ ਜੋੜੇ ਪਹਿਨਦਾ ਹੋਵੇ, ਲੱਖਾਂ ਦੀ ਚੌਂਕੀ ਤੇ ਪੈਰ ਰੱਖਦਾ ਹੋਵੇ, ਸੋਨੇ ਦੇ ਥਾਲਾਂ ਵਿੱਚ ਭੋਜਨ ਛਕਦਾ ਹੋਵੇ, ਤੇ ਐਸੇ ਤੇਜ ਪ੍ਰਤਾਪ ਵਾਲੇ ਮਹਾਪ੍ਰਤਾਪੀ ਸਮਰਾਟ ਨੂੰ, ਮਹਾਬਲੀ ਆਤਰਥੀ ਯੋਧੇ ਸੂਰਮੇ ਨੂੰ, ਐਸੇ ਮਹਾਰਾਜੇ ਨੂੰ, ਰਾਜਿਆਂ ਦੇ ਰਾਜੇ ਛਤਰਪਤੀ ਸਮਰਾਟ ਨੂੰ ਕਿਸੇ ਨੇ ਘਾਹ ਦਾ ਵਿਛਾਉਣਾ ਵਿਛਾਇਆ ਹੋਵੇ ਤੇ ਆਖੇ ਆਓ ਮੀਆਂ ਜੀ, ਬੈਠੋ ਮੀਆਂ ਜੀ, ਭਾਈ ਕਾਹਦਾ ਸਤਿਕਾਰ ਹੈ। ਉਹ ਤੇ ਤਖਤਾਂ ਤੇ ਬੈਠਣ ਵਾਲਾ, ਸਿੰਘਾਸਨਾਂ ਤੇ ਬੈਠਣ ਵਾਲਾ ਪਾਤਸ਼ਾਹ ਹੈ, ਤੇ ਭਲਿਆ ਘਾਹ ਦੇ ਵਿਛਾਉਣਿਆਂ ਵਿਛਾ ਕਰਕੇ ਕਹਿੰਦਾ ਮੀਆਂ ਜੀ ਬੈਠੋ। ਸਮਰਾਟ ਨੂੰ, ਪਾਤਸ਼ਾਹ ਨੂੰ ਮੀਆਂ ਜੀ ਕਹਿ ਦਿੱਤਾ ਤੇ ਦੱਸ ਕਿਹੜਾ ਮਾਣ ਹੈ, ਕਿਹੜੀ ਵਡਿਆਈ ਹੈ। ਇਹ ਤੇ ਦੁਨਿਆਵੀ ਬੰਦੇ ਦੀ ਗੱਲ ਹੋ ਗਈ ਨਾ। ਤੇ ਵਾਹਿਗੁਰੂ ਜੀ ਤੇ ਐਸੇ ਸਮਰਾਟ ਨੇ, ਐਸੇ ਸੁਲਤਾਨ ਨੇ। ਤੂੰ ਸੁਲਤਾਨ, ਸੱਚੇ ਪਾਤਸ਼ਾਹ ਆਪ ਸੁਲਤਾਨ ਹੋ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ। ਐਸੇ ਚੱਕਰਵਰਤੀ ਸਮਰਾਟ ਨੂੰ ਸਾਧਾਰਨ ਬੋਲਾਂ ਦੇ ਨਾਲ ਵਡਿਆਈ ਦੇਣਾ ਕਰੀਏ ਜੀ। ਮੇਰਾ ਲੋੜਾਂ ਪੂਰੀਆਂ ਕਰਨ ਵਾਲਾ ਮੇਰਾ ਸਤਿਗੁਰ ਹੈ। ਸਤਿਗੁਰੂ ਜੀ ਸਾਡੀਆਂ ਲੋੜਾਂ ਪੂਰੀਆਂ ਕਰਦੇ ਨੇ, ਸਤਿਗੁਰੂ ਜੀ ਸਾਡੀ ਰਖਵਾਲੀ ਕਰਦੇ ਨੇ। ਭਾਵੇਂ ਕਿ ਇਹ ਸੱਚ ਹੈ, ਪਰ ਇਤਨੀ ਕੁ ਵਡਿਆਈ ਬਹੁਤ ਨਹੀਂ ਹੈ। ਇਹ ਬਹੁਤ ਛੋਟੀ ਵਡਿਆਈ ਹੈ। ਭਲਿਆ ਰਖਵਾਲੀ ਤੇਰੀ ਇਕੱਲੇ ਦੀ ਨਹੀਂ, ਕੁੱਲ ਸੰਸਾਰ ਕਰੋੜਾਂ ਬ੍ਰਹਮੰਡਾਂ ਦੀ ਕਰਦੇ ਨੇ। ਭਲਿਆ ਦਾਤਾ ਉਹ ਤੇਰਾ ਇਕੱਲੇ ਦਾ ਨਹੀਂ, ਕਰੋੜਾਂ ਬ੍ਰਹਮੰਡਾਂ ਦੇ ਅਸੰਖਾਂ ਜੀਵਾਂ ਦਾ ਦਾਤਾ ਹੈ। ਤੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੂੰ ਮੇਰਾ ਮਾਲਕ ਹੀ ਕਹਿ ਲੈਣਾ ਕਿੰਨੀ ਕੁ ਵਡਿਆਈ ਹੈ। ਕਰੋੜਾਂ ਬ੍ਰਹਮੰਡਾਂ ਦੇ ਅਸੰਖਾਂ ਜੀਵਾਂ ਦੇ ਦਾਤੇ ਨੂੰ ਮੇਰਾ ਦਾਤਾ ਹੀ ਕਹਿ ਲੈਣਾ ਕਿਤਨੀ ਕੁ ਵਡਿਆਈ ਹੈ। ਇਹ ਤੇ ਸੁਲਤਾਨ ਨੂੰ ਮੀਆਂ ਕਹਿਣ ਵਾਲੀ ਹੀ ਗੱਲ ਹੈ। ਪਹਿਲਾਂ ਤੇ ਜੀਵ ਦੀ ਮੱਤ ਇਤਨੀ ਹੋਸ਼ੀ ਹੈ, ਇਤਨੀ ਤੋਸ਼ ਹੈ, ਇੰਨੀ ਥੋੜੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਾਵਨ ਸਰੂਪ ਜਿੰਨਾ ਵੱਡਾ ਨਾ, ਓਨੀ ਵਡਿਆਈ ਇਸ ਨੂੰ ਕਹਿਣੀ ਹੋਈ ਨਹੀਂ ਆਉਂਦੀ। ਓਨੇ ਵੱਡੇ ਸ਼ਬਦ ਹੀ ਨਹੀਂ, ਓਨੀ ਆਤਮ ਵਿਸ਼ੈਣੀ ਮਤ ਦਾ ਇਹ ਮਾਲਿਕ ਹੀ ਨਹੀਂ। ਮਤ ਬੜੀ ਹੋਸ਼ੀ ਹੈ। ਗਰੀਬ ਨਿਵਾਜ ਫਰਮਾਵਣਾ ਕਰਦੇ ਨੇ ਪਹਿਲਾਂ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿਵੇਂ ਕਰਨੀ ਹੈ। ਵਡਿਆਈ ਕਰਨੀ ਹੀ ਇਸ ਨੂੰ ਮਨ ਕਰਕੇ ਨਹੀਂ ਆਉਂਦੀ ਹੈ। ਕਹੋ ਕੈਸੇ ਗੁਣ ਗਾਵੇ। ਇਸ ਪੰਕਤੀ ਨੂੰ ਸ਼ੁਰੂ ਤੋਂ ਪੜੋ। ਐਹਨਿਸ ਮਗਨ ਰਹਿ ਮਾਇਆ ਮੈਂ। ਤੇ ਦੂਜਾ ਔਗਣ ਇਹ ਹੈ, ਦੂਜਾ ਅਵਿਕਾਰ ਇਹ ਹੈ ਕਿ ਰਾਤ ਦਿਨ ਮਾਇਆ ਦੇ ਮੋਹ ਦੇ ਵਿੱਚ ਲੱਗ ਕਰਕੇ ਤੇ ਮੋਹ ਦੇ ਵਿੱਚ ਹੀ ਮਗਨ ਹੋਇਆ ਪਿਆ ਹੈ। ਪਹਿਲਾ ਵਿਕਾਰ ਵਡਿਆਈ ਕਰਨੀ ਨਹੀਂ ਆਉਂਦੀ, ਤੇ ਦੂਜਾ ਵਿਕਾਰ ਹੈ ਪ੍ਰਮਾਤਮਾ ਜੀ ਨੂੰ, ਵਡਿਆਈਆਂ ਦੇ ਦਾਤੇ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਲੱਗਾ ਹੋਇਆ ਹੈ। ਕਹੋ ਕੈਸੇ ਗੁਣ ਗਾਵੇ। ਤੇ ਭਾਈ ਇਹਨਾਂ ਔਗਣਾਂ ਦੇ ਹੁੰਦਿਆਂ ਹੋਇਆਂ, ਇਸ ਤੁਸ਼ਦਾ ਦੇ ਹੋਸ਼ੇਪਨ ਦੇ ਸਹਿਤ ਹੁੰਦਿਆਂ ਹੋਇਆਂ ਕਹਿਣਾ ਕਰੋ ਖਾਂ
ਕਿਵੇਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਵਣਾ ਕਰੇ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਪੂਤ ਮੀਤ ਮਾਇਆ ਮਮਤਾ ਸਿਉ। ਸੋ ਪੁੱਤਰਾਂ ਦੇ ਨਾਲ ਮਿੱਤਰਾਂ ਦੇ ਨਾਲ ਮਮਤਾ ਵਧਾ ਕਰਕੇ ਬੈਠਾ ਹੋਇਆ ਹੈ, ਸਖੀਆਂ ਦੇ ਨਾਲ ਸੰਬੰਧੀਆਂ ਦੇ ਨਾਲ ਮਮਤਾ ਵਧਾ ਕਰਕੇ ਬੈਠਾ ਹੈ। ਇਹ ਮੇਰੇ ਨੇ, ਇਹ ਮੇਰੇ ਨੇ ਭਾਈ, ਨਾ ਤੇ ਕੱਲ ਤੇਰੇ ਸੀ ਤੇ ਨਾ ਆਉਣ ਵਾਲੇ ਕੱਲ ਚ ਤੇਰੇ ਹੋਣਗੇ। ਪਹਿਲਾਂ ਹੋਰ ਨਾ ਜਨਮਾਂ ਦੇ ਵਿੱਚ ਹੋਰ ਸਰੀਰ ਧਾਰਨ ਕਰਕੇ ਕਿਤੇ ਹੋਰ ਰਹਿੰਦੇ ਸੀ, ਕਿਸੇ ਹੋਰ ਦੇ ਸੰਬੰਧੀ ਹੋਣਗੇ, ਅੱਜ ਤੇਰੇ ਨੇ, ਪਰਾਲਬਦ ਅਨੁਸਾਰ ਤੈਨੂੰ ਆਣ ਮਿਲੇ ਨੇ। ਤੇ ਇਸੇ ਪ੍ਰਕਾਰ ਸਮਾਂ ਪਾ ਕਰਕੇ ਫਿਰ ਸਰੀਰਾਂ ਨੇ ਵਿਸਰ ਜਾਣਾ ਹੈ, ਸਰੀਰਾਂ ਨੇ ਖੀਨ ਹੋ ਜਾਣਾ, ਅਭਾਵ ਹੋ ਜਾਣਾ ਹੈ। ਫਿਰ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ, ਨਾ ਤੂੰ ਇਹਨਾਂ ਦਾ ਸਾਥ ਦੇ ਸਕਦਾ, ਨਾ ਇਹ ਤੇਰਾ ਸਾਥ ਦੇ ਸਕਦੇ ਨੇ। ਪਰ ਪੁੱਤਰਾਂ ਦੇ ਨਾਲ, ਸਕਿਆਂ ਦੇ ਨਾਲ, ਸੰਬੰਧੀਆਂ ਦੇ ਨਾਲ ਮੈਂ ਮੇਰੀ ਦੀ ਮਮਤਾ ਵਧਾ ਕਰਕੇ ਬੈਠਾ ਹੈ, ਆਪਣਤ ਨੂੰ ਵਧਾ ਕਰਕੇ ਬੈਠਾ ਹੋਇਆ ਹੈ। ਇਹ ਵਿਧ ਆਪ ਬੰਧਾਵੈ। ਇਸ ਵਿਧੀ ਦੇ ਨਾਲ ਮਮਤਾ ਦੇ ਵਿੱਚ, ਮੋਹ ਦੇ ਵਿੱਚ ਆਪਣੇ ਆਪ ਨੂੰ ਪਾ ਕਰਕੇ ਇਸ ਨੇ ਬੰਧਾਵੈ, ਬਣਾ ਲਿਆ ਹੋਇਆ ਹੈ, ਨਿਤਾ ਪ੍ਰਤੀ ਬਣਾ ਰਿਹਾ ਹੈ ਮੋਹ ਦੀਆਂ ਫਾਈਆਂ ਦੇ ਨਾਲ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਿਹਾਗੜਾ ਰਾਗ ਦੇ ਅੰਦਰ ਫਰਮਾਨ ਕਰਦੇ ਨੇ ਨਾ ਕਿ ਇੱਕ ਜੰਗਲ ਦੇ ਵਿੱਚ ਇੱਕ ਕਬੂਤਰ ਰਹਿੰਦਾ ਹੈ। ਇਹ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਬਿਹਾਗੜਾ ਰਾਗ ਦੇ ਅੰਦਰ। ਜੰਗਲ ਦੇ ਅੰਦਰ ਕਬੂਤਰ ਰਹਿੰਦਾ ਹੈ ਤੇ ਕਿਸੇ ਦੇ ਨਾਲ ਹਿਰਦੇ ਦੀ ਮਮਤਾ ਨਹੀਂ ਵਧਾਉਂਦਾ, ਮਨ ਦਾ ਮੋਹ ਨਹੀਂ ਵਧਾਉਂਦਾ ਹੈ, ਇਕਾਂਤ ਰਹਿੰਦਾ ਹੈ। ਇੱਕ ਆਲਣਾ ਬਣਾਇਆ ਹੋਇਆ ਹੈ, ਚੰਗੀ ਜਗ੍ਹਾ ਦੇਖ ਕਰਕੇ ਉਸ ਦੇ ਵਿੱਚ ਬੈਠ ਕਰਕੇ ਇਕਾਂਤ ਵਿੱਚ ਹੀ ਰਹਿੰਦਾ ਹੈ। ਜਾਣਦਾ ਜੇ ਬਹੁਤਿਆਂ ਦੇ ਨਾਲ ਮੇਲ ਮਿਲਾਪ ਕਰਾਂਗਾ ਤਾਂ ਮੋਹ ਵਧੇਗਾ, ਤੇ ਜਿੰਨਾ ਮੋਹ ਵਧੇਗਾ ਓਨੀਆਂ ਮੋਹ ਦੀਆਂ ਫਾਈਆਂ ਵਧਣਗੀਆਂ, ਜਿੰਨੀਆਂ ਫਾਈਆਂ ਵਧਣਗੀਆਂ ਜੰਮਣ ਮਰਨ ਦੇ ਗੇੜ ਉਹਨੇ ਵੱਧਦੇ ਹੀ ਜਾਣੇ ਨੇ। ਸਭਨਾਂ ਤੋਂ ਅਸੰਗ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਭੁੱਖ ਪਿਆਸ ਲੱਗਦੀ ਹੈ, ਉਡਾਰੀ ਮਾਰ ਕੇ ਜਾਂਦਾ ਹੈ, ਦਾਣਾ ਪਾਣੀ ਚੁੱਗ ਕੇ ਫਿਰ ਵਾਪਸ ਆਪਣੇ ਆਲਣੇ ਵਿੱਚ ਹੀ ਆ ਜਾਂਦਾ ਹੈ, ਬਹੁਤਿਆਂ ਦੇ ਨਾਲ ਮੇਲ ਜੋਲ ਨਹੀਂ ਰੱਖਦਾ ਹੈ। ਇੱਕ ਵਾਰ ਸਮਾਂ ਐਸਾ ਬਣ ਆਇਆ, ਮੀਂਹ ਪੈਣ ਲੱਗ ਗਿਆ, ਬਰਸਾਤ ਹੋਣ ਲੱਗ ਗਈ, ਰਾਤ ਦਾ ਸਮਾਂ ਹੈ, ਕਾਲੀ ਬੋਲੀ ਹਨੇਰੀ ਰਾਤ ਹੈ। ਐਸਾ ਹਨੇਰਾ ਹੱਥ ਪਸਾਰਿਆਂ ਵੀ ਨਜ਼ਰ ਨਹੀਂ ਆਉਂਦਾ। ਹੁਣ ਮੀਂਹ ਪੈ ਰਿਹਾ, ਠੰਡ ਦੇ ਦਿਨ ਨੇ। ਇੱਕ ਕਬੂਤਰੀ ਵਿਚਾਰੀ ਚੋਗ ਚੁਗਣ ਵਾਸਤੇ ਗਈ ਸੀ ਤੇ ਮੀਂਹ ਦੇ ਕਰਕੇ ਘਿਰ ਗਈ। ਹੁਣ ਆਪਣੇ ਆਲਣੇ ਤੱਕ ਨਹੀਂ ਪਹੁੰਚਿਆ ਜਾ ਰਿਹਾ ਹੈ। ਕਬੂਤਰ ਦਾ ਆਲਣਾ ਦੇਖਿਆ, ਬੇਨਤੀ ਕੀਤੀ ਏ ਮੈਨੂੰ ਵੀ ਆਪਣੇ ਆਲਣੇ ਦੇ ਵਿੱਚ ਅੱਜ ਦੀ ਰਾਤ ਗੁਜ਼ਾਰ ਲੈਣ ਦੇ। ਇਸ ਨੇ ਮਨਾ ਕਰ ਦਿੱਤਾ, ਨਹੀਂ, ਮੇਰੇ ਅਸੂਲ ਇਸ ਦੀ ਆਗਿਆ ਨਹੀਂ ਦਿੰਦੇ, ਕਿਸੇ ਦੀ ਸੰਗਤ ਕਰੀਏ ਮੋਹ ਪੈ ਜਾਂਦਾ, ਇਸ ਕਰਕੇ ਤੈਨੂੰ ਕੋਈ ਇਜਾਜ਼ਤ ਨਹੀਂ ਮੇਰੇ ਆਲਣੇ ਵਿੱਚ ਰਾਤ ਕੱਟਣ ਦੀ। ਉਸ ਵਿਚਾਰੀ ਨੇ ਤਰਲਾ ਰਿਹਾ, ਮੈਂ ਤੇਰੀ ਸ਼ਰਨਾਰਥੀ ਹਾਂ, ਤੇਰੀ ਸ਼ਰਨ ਪਈ ਹਾਂ। ਕਾਲੀ ਬੋਲੀ ਰਾਤ ਹੈ, ਸਿਆਲ ਦੀਆਂ ਰਾਤਾਂ ਨੇ, ਠੱਕੇ ਵਗ ਰਹੇ ਨੇ, ਹਵਾ ਚੱਲ ਰਹੀ ਏ, ਮੀਂਹ ਪੈ ਰਿਹਾ, ਮੈਂ ਨਿਮਾਣੀ ਠੰਡ ਦੇ ਵਿੱਚ ਆਪਣਾ ਆਲਣੇ ਤੱਕ ਪਹੁੰਚਦਿਆਂ, ਆਲਣੇ ਤੱਕ ਜਾਂਦਿਆਂ ਮਰ ਜਾਵਾਂਗੀ, ਤੇਰੀ ਸ਼ਰਨਾ ਮੇਰੀ ਜਾਨ ਬਚਾ ਲੈ। ਜਦੋਂ ਤਰਲਾ ਰਿਹਾ ਫਿਰ ਤਰਸ ਆ ਗਿਆ, ਤੇ ਜਦੋਂ ਤਰਸ ਆ ਗਿਆ ਫਿਰ ਸ਼ਰਨ ਦੇ ਦਿੱਤੀ, ਠੀਕ ਹੈ ਤੂੰ ਮੇਰੇ ਕੋਲ ਰਾਤ ਗੁਜ਼ਾਰ ਸਕਦੀ ਏ। ਇੱਕ ਰਾਤ ਗੁਜ਼ਾਰੀ ਏ, ਗੱਲਾਂ ਬਾਤਾਂ ਕੀਤੀਆਂ ਨੇ ਉਹਨਾਂ ਨੇ ਆਪਣੀ ਭਾਸ਼ਾ ਵਿੱਚ, ਕਿਉਂਕਿ ਮਨ ਦੇ ਭਾਵ ਹਰ ਕਿਸੇ ਦੇ ਹੁੰਦੇ ਨੇ ਤੇ ਹਰ ਇੱਕ ਜੂਨ ਦੀ ਆਪਣੀ ਭਾਸ਼ਾ ਵੀ ਹੋਇਆ ਕਰਦੀ ਏ। ਮਨ ਦੇ ਭਾਵ ਆਪੋ ਆਪਣੇ ਹਾਵ ਭਾਵ ਜਾਂ ਬੋਲੀ ਨਾਲ ਪ੍ਰਗਟ ਕਰ ਲੈਂਦੇ ਨੇ। ਇੱਕ ਦੂਸਰੇ ਦੇ ਪਰਥਾਏ ਜਾਣਿਆ, ਥੋੜਾ ਬਹੁਤਾ ਲਗਾਵ ਹੋ ਗਿਆ, ਮਿਲਣ ਜੁਲਣ ਲੱਗ ਗਏ, ਇੱਕੇ ਆਲਣੇ ਵਿੱਚ ਰਹਿਣ ਲੱਗ ਗਏ, ਮੋਹ ਪਿਆਰ ਦੇ ਨਾਲ ਰਹਿਣ ਲੱਗੇ ਨੇ ਤੇ ਸਮਾਂ ਪਾ ਕਰਕੇ ਇਹਨਾਂ ਦਾ ਪਰਿਵਾਰ ਵਧਿਆ ਹੈ। ਅੱਗੇ ਬੱਚੇ ਪੈਦਾ ਹੋਏ ਨੇ, ਅੰਡਿਆਂ ਤੋਂ ਬੱਚੇ, ਪਰਿਵਾਰ ਵੱਧ ਗਿਆ, ਹੁਣ ਮੋਹ ਪੈ ਗਿਆ। ਕਬੂਤਰ ਤੇ ਕਬੂਤਰੀ ਆਪਣੇ ਬੱਚਿਆਂ ਵਾਸਤੇ ਚੋਗ ਲੈਣ ਵਾਸਤੇ ਜਾਂਦੇ ਨੇ, ਦਾਣਾ ਲੈਣ ਵਾਸਤੇ ਜਾਂਦੇ ਨੇ, ਲਿਆ ਕਰਕੇ ਦਾਣਾ ਇਤਿਆਦਿਕ ਆਪਣੇ ਬੱਚਿਆਂ ਨੂੰ ਖਵਾਉਂਦੇ ਨੇ, ਉਹਨਾਂ ਦੀ ਪਾਲਣਾ ਕਰਨ ਲੱਗ ਗਏ। ਇੱਕ ਵਾਰ ਇਹ ਕਬੂਤਰ ਤੇ ਕਬੂਤਰੀ ਦੋਵੇਂ ਦਾਣਾ ਚੁਗਣ ਵਾਸਤੇ ਗਏ ਨੇ, ਮਗਰੋਂ ਸ਼ਿਕਾਰੀ ਨੇ ਜਾਲ ਲਾਇਆ ਤੇ ਇਹਨਾਂ ਦੇ ਜਿਹੜੇ ਬੱਚੇ ਸਨ ਉਹ ਜਾਲ ਦੇ ਵਿੱਚ ਫਸ ਗਏ ਨੇ। ਹੁਣ ਬੱਚਿਆਂ ਵਾਸਤੇ ਚੋਗਾ ਲਾ ਕਰਕੇ ਵਾਪਸ ਆਏ ਨੇ, ਬੱਚਿਆਂ ਨੂੰ ਜਾਲ 'ਚ ਫਸਿਆ ਦੇਖਿਆ। ਤੇ ਸਾਧ ਸੰਗਤ ਜੀ, ਮਾਂ ਦੀ ਮਮਤਾ ਬੜੀ ਪ੍ਰਬਲ ਹੁੰਦੀ ਏ। ਜੂਨ ਚਾਹੇ ਕੋਈ ਵੀ ਹੋਵੇ, ਪਰ ਮਾਂ ਵਰਗੀ ਮਮਤਾ ਹੋਰ ਕਿਸੇ ਸੰਬੰਧ ਦੇ ਵਿੱਚ ਨਹੀਂ। ਮਾਂ ਨੇ ਬੱਚਿਆਂ ਨੂੰ ਫਸਿਆ ਵੇਖਿਆ, ਝੱਟ ਛਾਲ ਮਾਰੀ ਹੈ, ਆਪਣੇ ਬੱਚਿਆਂ ਨੂੰ ਜਾਲ ਦੇ ਵਿੱਚੋਂ ਕੱਢਾਂ, ਪਰ ਕੱਢਣਾ ਤੇ ਕਿੱਥੇ ਸੀ, ਆਪ ਵੀ ਵਿਚਾਰੀ ਜਾਲ ਵਿੱਚ ਫਸ ਗਈ। ਹੁਣ ਕਬੂਤਰ ਨੇ ਦੇਖਣਾ ਕੀਤਾ, ਉਸ ਦੀ ਘਰ ਵਾਲੀ ਜਾਲ ਵਿੱਚ ਫਸੀ ਹੈ, ਬੱਚੇ ਜਾਲ ਵਿੱਚ ਫਸੇ ਨੇ। ਅੱਖਾਂ ਦੇ ਨਾਲ ਦੇਖ ਲਿਆ ਕਿ ਜੇ ਇਸ ਦੀ ਘਰ ਵਾਲੀ ਨੇ ਕੱਢਣ ਦਾ ਯਤਨ ਕੀਤਾ, ਬੱਚੇ ਤੇ ਨਹੀਂ ਕੱਢ ਸਕੀ, ਆਪ ਫਸ ਗਈ ਏ। ਹੁਣ ਇਸ ਗੱਲ ਦੀ ਸਮਝ ਆ ਗਈ ਏ, ਜੇ ਆਪਣੇ ਪਰਿਵਾਰ ਨੂੰ ਕੱਢਣ ਦਾ ਯਤਨ ਕਰਾਂਗਾ ਕੱਢ ਤੇ ਨਹੀਂ ਸਕਦਾ, ਪਰ ਮੈਂ ਜ਼ਰੂਰ ਫਸ ਜਾਣਾ ਹੈ।
ਇਸ ਗੱਲ ਨੂੰ ਜਾਣਦਿਆਂ ਹੋਇਆਂ ਤਾਂ ਵੀ ਮੋਹ ਦੇ ਮਾਰੇ ਨੇ ਛਾਲ ਮਾਰੀ, ਆਪਣੇ ਪਰਿਵਾਰ ਦੇ ਨਾਲ ਹੀ ਜਾਲ ਦੇ ਵਿੱਚ ਫਸ ਗਿਆ। ਜੇ ਪਰਿਵਾਰ ਹੀ ਨਹੀਂ ਰਿਹਾ ਤੇ ਮੈਂ ਜੀ ਕੇ ਕੀ ਕਰਨਾ ਹੈ। ਮੋਹ ਦੇ ਵਿੱਚ ਪਿਆ ਹੋਇਆ ਆਪ ਫਸ ਗਿਆ, ਆਪਣੇ ਆਪ ਨੂੰ ਸ਼ਿਕਾਰੀ ਦੇ ਜਾਲ ਵਿੱਚ ਬਣਾ ਲੈਣਾ ਕੀਤਾ। ਸ਼ਿਕਾਰੀ ਆਇਆ, ਆ ਕਰਕੇ ਸਾਰਿਆਂ ਨੂੰ ਹੀ ਮਾਰ ਦਿੱਤਾ। ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪੰਛੀ ਦੀ, ਕਬੂਤਰ ਦੀ ਉਦਾਹਰਣ ਦਿੰਦੇ ਨੇ। ਬਿਹਾਗੜਾ ਰਾਗ, ਜਿਉ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ, ਤੇ ਉਹ ਮਨਮੁਖ ਸਭ ਵਸ ਕਾਲੇ ਰਾਮ। ਕਪੋਤ ਤੋਂ ਭਾਵ ਹੈ ਕਬੂਤਰ, ਪੰਖੀ ਤੋਂ ਭਾਵ ਹੈ ਪੰਛੀ। ਜਿਵੇਂ ਕਬੂਤਰ ਪੰਛੀ ਨੇ ਆਪਣੇ ਪਰਿਵਾਰ ਦੇ ਮੋਹ ਵਿੱਚ ਪੈ ਕਰਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਜਾਲ ਵਿੱਚ ਬਣਾ ਲਿਆ ਨਾ, ਇਸੇ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਮਨਮੁਖ ਸਭ ਵਸ ਕਾਲੇ ਰਾਮ। ਭਾਈ ਜਿੰਨੇ ਮਨਮੁਖ ਮੋਹ ਦੇ ਮਾਰੇ ਨੇ ਸਾਰੇ ਕਾਲ ਦੇ ਵਸ ਨੇ। ਜਿਵੇਂ ਸ਼ਿਕਾਰੀ ਨੇ ਜਾਲ ਲਾਇਆ, ਕਬੂਤਰ ਨੂੰ ਪਰਿਵਾਰ ਸਮੇਤ ਪਕੜ ਲਿਆ, ਕਾਲ ਸ਼ਿਕਾਰੀ ਹੈ। ਇਹ ਜਿਹੜੀਆਂ ਵਾਸ਼ਨਾਵਾਂ ਨੇ, ਜਿਹੜਾ ਮੋਹ ਹੈ ਨਾ, ਇਹ ਜਾਲ ਹੈ। ਹਜ਼ੂਰ ਫਰਮਾਵਨਾ ਕਰਦੇ ਨੇ, ਕਾਲ ਰੂਪ ਸ਼ਿਕਾਰੀ ਨੇ ਮੋਹ ਦਾ ਜਾਲ ਐਸਾ ਵਿਛਾਇਆ ਹੈ। ਉਸ ਪੰਛੀ ਕਬੂਤਰ ਨੇ ਜਿਵੇਂ ਪਰਿਵਾਰ ਕਰਕੇ ਬਣਾ ਲਿਆ ਸੀ, ਪਰਿਵਾਰ ਦੇ ਮੋਹ ਕਰਕੇ ਸਾਰੇ ਮਨਮੁਖ ਆਪਣੇ ਆਪ ਨੂੰ ਮੋਹ ਦੇ ਜਾਲ ਵਿੱਚ ਬਣਾਈ ਜਾ ਰਹੇ ਨੇ, ਛੁੱਟਣ ਦਾ ਕੋਈ ਯਤਨ ਹੀ ਨਹੀਂ ਕਰਦਾ ਹੈ। ਐਸੀ ਹਾਲਤ ਸੰਸਾਰ ਦੇ ਜੀਵਾਂ ਦੀ ਹੋ ਰਹੀ ਹੈ। ਮੋਹ ਮਾਇਆ ਨੇ ਜਾਲ ਪਾ ਕਰਕੇ ਸਭਨਾਂ ਨੂੰ ਪਕੜਿਆ ਹੋਇਆ, ਕੈਦ ਕੀਤਾ, ਬੰਨ ਲਿਆ ਹੈ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਜਿਹੜਾ ਇਹ ਸੰਸਾਰ ਹੈ ਨਾ, ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਝੂਠਾ ਹੈ, ਸੱਚਾ ਨਹੀਂ। ਜਿਹੜੇ ਵੱਡੇ ਵੱਡੇ ਮਾਰੂਥਲ ਹੋਇਆ ਕਰਦੇ ਨੇ, ਸੂਰਜ ਦੀ ਜਦੋਂ ਧੁੱਪ ਪੈਂਦੀ ਏ ਤੇ ਧੁੱਪ ਪੈਣ ਦੇ ਨਾਲ, ਕਿਰਨਾਂ ਪੈਣ ਦੇ ਨਾਲ ਦੂਰ ਰੇਤਾ ਚਮਕਦੀ ਏ, ਤੇ ਹਿਰਨ ਵਿਚਾਰਾ ਪਿਆਸਾ, ਪਾਣੀ ਦੀ ਤਾਂਘ ਹੈ। ਚਮਕਦੀ ਹੋਈ ਰੇਤ ਨੂੰ ਦੇਖਦਾ ਹੈ ਤੇ ਝੌਲਾ ਐਵੇਂ ਪੈਂਦਾ ਹੈ, ਪ੍ਰਤੀਤ ਐਵੇਂ ਹੁੰਦਾ ਕਿ ਉਹ ਸਾਹਮਣੇ ਪਾਣੀ ਦਾ ਕੋਈ ਸੋਮਾ ਹੈ, ਪਾਣੀ ਦਾ ਕੋਈ ਤਾਲਾਬ ਹੈ। ਚਮਕਦੀ ਹੋਈ ਰੇਤਾ ਨੂੰ ਪਾਣੀ ਸਮਝ ਕਰਕੇ ਪਿਆਸਾ ਹਿਰਨ ਮਾਰੂ ਥਲਾਂ ਦੇ ਅੰਦਰ, ਧੁੱਪ ਦੇ ਅੰਦਰ, ਗਰਮੀ ਦੇ ਅੰਦਰ ਦੌੜਦਾ ਹੋਇਆ ਜਾਂਦਾ ਹੈ। ਅੱਗੇ ਜਾ ਕਰਕੇ ਦੇਖਦਾ ਉੱਥੇ ਪਾਣੀ ਤੇ ਹੈ ਹੀ ਨਹੀਂ, ਉਹ ਤੇ ਰੇਤ ਹੈ। ਪਹਿਲਾਂ ਹੀ ਗਰਮੀ ਏ, ਪਿਆਸਾ ਪਹਿਲਾਂ ਹੀ ਏ, ਧੁੱਪ ਦੇ ਵਿੱਚ ਹੋਰ ਦੌੜ ਕਰਕੇ ਗਿਆ, ਪਿਆਸਾ ਹੋਰ ਵੱਧ ਜਾਂਦੀ ਏ। ਹੁਣ ਹੋਰ ਕਿਧਰੇ ਦੂਰ ਜਿੱਥੇ ਧੁੱਪ ਪੈ ਰਹੀ ਏ, ਚਾਰ ਸਫੇਰੇ ਧੁੱਪ ਦੇ ਕਿਰਨਾਂ ਜਿਹੜੀਆਂ ਧੁੱਪ ਦੀਆਂ, ਸੂਰਜ ਦੀਆਂ ਨੇ, ਰੇਤਾ ਦੇ ਉੱਪਰ ਪੈ ਕਰਕੇ ਰੇਤ ਨੂੰ ਚਮਕਾ ਰਹੀਆਂ, ਤੇ ਹੁਣ ਨਜ਼ਰ ਆਉਂਦਾ ਇੱਥੇ ਤੇ ਪਾਣੀ ਨਹੀਂ, ਪਰ ਉਹ ਸਾਹਮਣੇ ਹੋਰ ਅੱਗੇ ਪਾਣੀ ਦਿਸ ਰਿਹਾ। ਇਸੇ ਪ੍ਰਕਾਰ ਦੌੜ ਕੇ ਉੱਥੇ ਜਾਂਦਾ, ਪਾਣੀ ਤੇ ਉੱਥੇ ਵੀ ਨਹੀਂ, ਉੱਥੇ ਵੀ ਰੇਤਾ ਚਮਕਦੀ ਏ। ਹੁਣ ਅੱਗੇ ਦੇਖਣਾ ਕਰਦਾ, ਉਹ ਅੱਗੇ ਹੋਰ ਪਾਣੀ ਹੈ। ਚਮਕਦੀ ਹੋਈ ਰੇਤਾ ਨੂੰ ਪਾਣੀ ਸਮਝ ਕੇ ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਚੌਥੀ ਤੋਂ ਪੰਜਵੀਂ, ਬੇਅੰਤ ਥਾਵਾਂ ਤੇ ਦੌੜਦਾ ਦੌੜਦਾ ਆਖਰਕਾਰ ਪਾਣੀ ਨਾ ਮਿਲਣੇ ਕਰਕੇ ਪਿਆਸਾ ਹੀ ਮਰ ਜਾਂਦਾ ਹੈ, ਸਿਸਕ ਸਿਸਕ ਕੇ ਮਰ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਜਲ ਝੂਠਾ ਹੈ, ਉਸ ਨੂੰ ਨਜ਼ਰ ਤੇ ਆਉਂਦਾ ਸਾਹਮਣੇ ਪਾਣੀ ਹੈ, ਪਰ ਵਾਸਤਵ ਵਿੱਚ ਪਾਣੀ ਹੈ ਹੀ ਨਹੀਂ। ਇਸੇ ਪ੍ਰਕਾਰ ਮੋਹ ਮਾਇਆ ਦਾ ਜਿਹੜਾ ਬੱਧਾ ਹੋਇਆ ਜੀਵ ਹੈ ਨਾ, ਉਹ ਸੰਸਾਰੀ ਸਾਧਨਾ ਤੇ ਪਦਾਰਥਾਂ ਦੇ ਵਿੱਚ ਸੁੱਖ ਭਾਲਦਾ ਹੈ। ਘਰ ਛੋਟਾ ਹੈ, ਵੱਡਾ ਬਣਾ ਲਵਾਂ ਫਿਰ ਸੁਖੀ ਹੋ ਜਾਵਾਂਗਾ। ਜਿੰਨੇ ਚਿਰ ਨੂੰ ਘਰ ਵੱਡਾ ਬਣਾਇਆ, ਪੁੱਤ ਵਿਆਹ ਲਏ, ਹੁਣ ਨੂੰਹਾਂ ਦੇ ਨਾਲ, ਪੁੱਤਰਾਂ ਨਾਲ ਨਿਭਦੀ ਨਹੀਂ, ਫਿਕਰ ਪੈ ਗਿਆ ਜੀ ਪੁੱਤ ਦਾ ਘਰ ਵੱਖਰਾ ਬਣਾ ਦੇਵਾਂ ਫਿਰ ਸੁਖੀ ਹੋ ਜਾਵਾਂਗਾ। ਹੁਣ ਪੁੱਤ ਦਾ ਘਰ ਵੱਖਰਾ ਬਣਾ ਦਿੱਤਾ, ਵੱਖਰੋ ਵੱਖਰੇ ਵਸਦੇ ਨੇ, ਪੁੱਤ ਮਿਲਣ ਵੀ ਨਹੀਂ ਆਉਂਦਾ, ਫਿਰ ਦੁਖੀ ਹੁੰਦਾ। ਜਿਸ ਪੁੱਤ ਕਰਕੇ, ਪਰਿਵਾਰ ਕਰਕੇ ਸਾਰੀ ਜ਼ਿੰਦਗੀ ਲਾ ਦਿੱਤੀ, ਪੁੱਤ ਤੇ ਪੁੱਛਦਾ ਵੀ ਨਹੀਂ, ਪੁੱਤ ਤਾਂ ਕਿਸੇ ਪ੍ਰਕਾਰ ਮਿਲਣ ਵੀ ਨਹੀਂ ਆਉਂਦਾ, ਸੇਵਾ ਤੇ ਦੂਰ ਰਹੀ। ਇਸ ਪ੍ਰਕਾਰ ਫਿਰ ਜਾਣਦਾ ਪੁੱਤ ਤੇ ਆਗਿਆਕਾਰ ਨਹੀਂ, ਪੋਤਰੇ ਆਗਿਆਕਾਰ ਹੋਣਗੇ। ਫਿਰ ਕਹਿੰਦਾ ਜੀ ਮੂਲ ਦੇ ਨਾਲੋਂ ਵਿਆਜ ਪਿਆਰਾ, ਹੁਣ ਪੁੱਤ ਦੇ ਨਾਲੋਂ ਪੋਤਰੇ ਪਿਆਰੇ ਲੱਗਦੇ ਨੇ, ਪੋਤਰੇ ਮੇਰੀ ਸੇਵਾ ਕਰਨਗੇ। ਤੇ ਥੋੜਾ ਸਮਾਂ ਪਾ ਕਰਕੇ ਜਦੋਂ ਪੋਤਰੇ ਜਵਾਨ ਹੁੰਦੇ ਨੇ, ਜਿਵੇਂ ਪੁੱਤ ਨੇ ਨਹੀਂ ਪਛਾਣਿਆ ਤਿਵੇਂ ਪੋਤਰੇ ਵੀ ਨਹੀਂ ਸਿਆਣਦੇ, ਫਿਰ ਹੋਰ ਦੁਖੀ ਹੁੰਦਾ ਜੀ ਮੇਰਾ ਕੋਈ ਵੀ ਨਹੀਂ ਬਣਿਆ। ਮੈਂ ਪੁੱਤਾਂ ਨੂੰ ਲਾਡ ਲੜਾਏ, ਮੈਂ ਧੀਆਂ ਨੂੰ ਲਾਡ ਲੜਾਏ, ਮੈਂ ਪੋਤੀ ਪੋਤਿਆਂ ਨੂੰ ਖਿਡਾਇਆ, ਮੈਂ ਦੋਤੀਆਂ ਦੋਤਿਆਂ ਨੂੰ ਲਾਡ ਲੜਾਏ, ਇੰਨੀ ਦੌਲਤ ਇਕੱਠੀ ਕਰਕੇ ਇਹਨਾਂ ਦੀਆਂ ਐਫਡੀਆਂ ਕਰਾ ਦਿੱਤੀਆਂ, ਇੰਨੇ ਯਤਨ ਕਰਕੇ ਇਹਨਾਂ ਦੇ ਘਰ ਬਣਾ ਦਿੱਤੇ, ਇਹਨਾਂ ਨੂੰ ਲਗਜ਼ਰੀ ਗੱਡੀਆਂ ਲੈ ਲੈ ਕੇ ਦਿੱਤੀਆਂ, ਸੁੱਖ ਸਹੂਲਤਾਂ ਦਾ ਖਿਆਲ ਰੱਖਿਆ, ਮਹਿੰਗੇ ਸਕੂਲਾਂ ਵਿੱਚ ਪੜ੍ਹਾਇਆ, ਸਾਰੀਆਂ ਸਹੂਲਤਾਂ ਦਵਾਈਆਂ, ਪਰ ਅੱਜ ਮੈਨੂੰ ਪੁੱਛਦੇ ਹੀ ਨਹੀਂ। ਪਹਿਲਾਂ ਜਾਣਦਾ ਵੱਡਾ ਘਰ ਬਣਾਵਾਂ ਸੁਖੀ ਹੋ ਜਾਵਾਂਗਾ, ਫਿਰ ਕਹਿੰਦਾ ਪੁੱਤ ਦੀ ਨੌਕਰੀ ਲੱਗ ਜਾਵੇ ਸੁਖੀ ਹੋ ਜਾਵਾਂਗਾ, ਪੁੱਤ ਦਾ ਵਿਆਹ ਹੋ ਜਾਵੇ ਸੁਖੀ ਹੋ ਜਾਵਾਂਗਾ, ਪੁੱਤ ਦੇ ਬੱਚੇ ਹੋ ਜਾਣ ਸੁਖੀ ਹੋ ਜਾਵਾਂਗਾ। ਜਿਵੇਂ ਮ੍ਰਿਗ ਇੱਕ ਤੋਂ ਬਾਅਦ ਦੂਸਰੀ ਛਪੜੀ
ਦੂਸਰੀ ਚਮਕ ਵੇਖ ਕੇ ਪਾਣੀ ਜਾਣਦਾ ਤੇ ਦੌੜਦਾ ਨਾ। ਇੱਕ ਥਾਂ ਤੋਂ ਪਾਣੀ ਨਹੀਂ ਪ੍ਰਾਪਤ ਹੋਇਆ, ਫਿਰ ਦੂਜੇ ਥਾਂ ਤੀਜੇ ਥਾਂ ਜਾਂਦਾ ਹੈ। ਮਨੁੱਖ ਨੂੰ ਇੱਕ ਪ੍ਰਾਪਤੀ ਚੋਂ ਸੁੱਖ ਨਹੀਂ ਲੱਭਦਾ, ਦੂਜੀ ਪ੍ਰਾਪਤੀ ਪਿੱਛੇ ਦੌੜਦਾ ਹੈ, ਤੀਸਰੇ ਪਦਾਰਥ ਪਿੱਛੇ ਦੌੜਦਾ ਹੈ, ਚੌਥੇ ਸੁੱਖ ਦੇ ਸਾਧਨ ਪਿੱਛੇ ਦੌੜਦਾ ਹੈ, ਸੰਬੰਧੀਆਂ ਪਿੱਛੇ ਦੌੜਦਾ ਹੈ। ਆਖਰਕਾਰ ਮ੍ਰਿਗ ਵਾਂਗੂ, ਜਿਵੇਂ ਮ੍ਰਿਗ ਪਿਆਸਾ ਹੀ ਮਰ ਜਾਂਦਾ, ਜਲ ਨਹੀਂ ਮਿਲਦਾ, ਜੀਵ ਸਾਰੀ ਜ਼ਿੰਦਗੀ ਸੰਬੰਧੀਆਂ ਦੇ ਪਿੱਛੇ ਦੌੜਦਾ 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 ਆਖਰ ਜੀਵਨ ਬਤੀਤ ਕਰਕੇ ਮਰ ਜਾਂਦਾ, ਸੁੱਖ ਮਿਲਦਾ ਹੀ ਨਹੀਂ। ਜਿਸ ਸੁੱਖ ਦੀ ਚਾਹਤ ਕਰਕੇ ਇਤਨੇ ਜ਼ਫਰ ਜਾਲੇ, ਇਤਨੀਆਂ ਮਿਹਨਤਾਂ ਕੀਤੀਆਂ, ਕਰੜੇ ਸਾਧਨ ਕੀਤੇ, ਉਹ ਸੁੱਖ ਫਿਰ ਨਹੀਂ ਮਿਲਿਆ। ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਆ ਜੇ ਸੁੱਖ ਭਾਲਦਾ ਤੇ ਮ੍ਰਿਗ ਤ੍ਰਿਸ਼ਨਾ ਦੇ ਜਲ ਵਰਗਾ ਸੰਸਾਰ ਇਥੋਂ ਨਹੀਂ ਉਹ ਲੱਭਣਾ। ਜੋ ਸੁਖ ਕਾਉ ਚਾਹੈ ਸਦਾ, ਸਰਨ ਰਾਮ ਕੀ ਲੇਹ। ਜੇ ਅਨੰਤ ਕਾਲ ਤੱਕ ਦੇ ਸੁੱਖ ਨੂੰ ਪ੍ਰਾਪਤ ਕਰਨਾ ਲੋੜਦਾ ਨਾ, ਤੇ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੀ ਸ਼ਰਨ ਲੈ ਲਾ। ਸਤ ਸੰਗਤ ਦੁਆਰਾ ਪਿਆਰ ਦੇ ਨਾਲ ਜਪਣਾ ਕਰ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਜਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਜੋ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਉਹ ਸੂਰਜ ਦੀ ਨਿਆਈ ਨੇ। ਵਾਹਿਗੁਰੂ ਜੀ ਦੀ ਜਿਹੜੀ ਚੇਤਨ ਸੱਤਾ ਹੈ ਉਹ ਕਿਰਨਾਂ ਦੀ ਨਿਆਈ ਹੈ। ਜਿਹੜਾ ਸੰਸਾਰ ਹੈ ਇਹ ਮਾਰੂਥਲ ਵਰਗਾ ਹੈ। ਮਾਇਆ ਦਾ ਜਿਹੜਾ ਪਸਾਰਾ ਹੈ, ਜਿਵੇਂ ਧੁੱਪ ਦੀਆਂ ਕਿਰਨਾਂ ਪੈਣ ਦੇ ਨਾਲ ਰੇਤ ਚਮਕਦੀ ਹੈ ਨਾ, ਤੇ ਬ੍ਰਹਮ ਜੀ ਦੀ ਸੱਤਾ ਰੂਪੀ ਧੁੱਪ ਪੈਣ ਦੇ ਨਾਲ ਜਿਹੜੇ ਪਦਾਰਥ ਨੇ, ਸੰਸਾਰ ਦੀ ਬੜੀ ਚਮਕ, ਬੜੀ ਲਿਸ਼ਕ, ਬੜਾ ਚਮਕੀਲਾ ਭੜਕੀਲਾ ਨਜ਼ਰ ਆਉਂਦਾ ਹੈ। ਤੇ ਚਮਕੀਲੇ ਭੜਕੀਲੇ ਪਦਾਰਥਾਂ ਚੋਂ ਸੰਸਾਰ ਦੇ ਵਿੱਚੋਂ ਜਿਹੜਾ ਜੀਵ ਹੈ ਜਾਣਦਾ ਹੈ, ਫਲਾਨਾ ਸਾਧਨ ਕਰ ਲਵਾਂ, ਫਲਾਨੀ ਵਸਤੂ ਮਿਲ ਜਾਵੇ, ਫਲਾਨਾ ਘਰ ਲੈ ਲਵਾਂ, ਇਤਨੀ ਪ੍ਰਾਪਰਟੀ ਬਣਾ ਲਵਾਂ, ਮੈਨੂੰ ਸੁੱਖ ਪ੍ਰਾਪਤ ਹੋਵੇਗਾ। ਪਰ ਜਿਵੇਂ ਮ੍ਰਿਗ ਨੂੰ ਕਿਸੇ ਵੀ ਥਾਂ ਤੋਂ ਜਲ ਪ੍ਰਾਪਤ ਨਹੀਂ ਹੁੰਦਾ, ਕਿਸੇ ਵੀ ਸਾਧਨ ਦੇ ਵਿੱਚੋਂ ਜੀਵ ਨੂੰ ਸੁੱਖ ਨਹੀਂ ਮਿਲਦਾ, ਆਖਰਕਾਰ ਸੁੱਖ ਦੀ ਚਾਹਤ ਕਰਦਾ ਹੋਇਆ ਸੁੱਖ ਸਰੂਪ ਪਰਮਾਤਮਾ ਜੀ ਦੇ ਨਾਲੋਂ ਵਿਛੜ ਕਰਕੇ ਟੁੱਟਿਆ ਹੋਇਆ ਹੀ ਜੀਵਨ ਅਜਾਈ ਗਵਾ ਕਰਕੇ ਮਰ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਵਣਾ ਕਰਦੇ ਨੇ, ਪਿਆਰਿਆ ਇਹ ਜਿਹੜਾ ਸੰਸਾਰ ਹੈ ਮ੍ਰਿਗ ਤ੍ਰਿਸ਼ਨਾ ਦੇ ਜਲ ਵਰਗਾ ਹੈ। ਮ੍ਰਿਗ ਨੂੰ, ਹਿਰਨ ਨੂੰ ਜਲ ਨਜ਼ਰ ਤੇ ਆਉਂਦਾ ਪਰ ਵਾਸਤਵ ਵਿੱਚ ਹੈ ਨਹੀਂ। ਤੈਨੂੰ ਪਦਾਰਥਾਂ ਦੇ ਵਿੱਚ ਸੁੱਖ ਨਜ਼ਰ ਤੇ ਆਉਂਦੇ ਨੇ, ਪਦਾਰਥ ਮਿਲ ਜਾਣ ਸੁਖੀ ਹੋ ਜਾਵਾਂਗਾ, ਪਰ ਯਾਦ ਰੱਖੀ ਪਦਾਰਥਾਂ ਦੇ ਵਿੱਚ ਸੁੱਖ ਹੈ ਨਹੀਂ। ਸੁੱਖ ਤੇ ਪਰਮਾਤਮਾ ਜੀ ਦੇ ਨਾਮ ਦੇ ਵਿੱਚ ਨੇ। ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਰਾਜੇ ਦੇਖ ਲਏ, ਰਜਵਾੜੇ ਦੇਖ ਲਏ, ਛਤਰਪਤੀ ਬਾਦਸ਼ਾਹ ਦੇਖ ਲਏ, ਸੁੱਖ ਥੋੜਾ ਸੀ ਕਿਸੇ ਨੂੰ, ਸੁੱਖ ਤੇ ਨਾਮ ਕਰਕੇ ਹੀ ਹੈ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ ਜਿਹੜੇ ਸੰਸਾਰ ਦੇ ਸੰਬੰਧੀਆਂ ਦੇ ਮੋਹ ਵਿੱਚੋਂ ਤੇ ਪਦਾਰਥਾਂ ਦੇ ਵਿੱਚੋਂ ਸੁੱਖਾਂ ਨੂੰ ਭਾਲਦੇ ਆ ਨਾ, ਇਹ ਮ੍ਰਿਗ ਤ੍ਰਿਸ਼ਨਾ ਦੇ ਜਲ ਵਰਗੇ ਨੇ। ਸੁੱਖ ਨਜ਼ਰ ਆਉਂਦੇ ਨੇ ਪਰ ਵਾਸਤਵ ਦੇ ਵਿੱਚ ਹੈ ਨਹੀਂ ਨੇ ਜੀ। ਦੇਖ ਤਾਸ ਉਠ ਧਾਵੈ। ਪਰ ਜਿਹੜਾ ਮੋਹ ਦੇ ਵਿੱਚ ਫਸਿਆ ਹੋਇਆ ਜੀਵ ਹੈ, ਪਦਾਰਥਾਂ ਨੂੰ, ਤਾਸ ਤਿੰਨਾਂ ਨੂੰ ਦੇਖ ਕਰਕੇ ਉੱਠ ਕੇ ਦੌੜ ਖੜਦਾ ਹੈ, ਧਾਵੈ ਦੌੜਦਾ ਹੈ ਉੱਠ ਕਰਕੇ, ਉਦਮ ਕਰਕੇ ਕਿ ਮੈਂ ਪਦਾਰਥਾਂ ਨੂੰ ਪ੍ਰਾਪਤ ਕਰ ਲਵਾਂ, ਚਾਹਤ ਕਰਕੇ ਪਿੱਛੇ ਲੱਗ ਜਾਂਦਾ ਹੈ। ਭੁਗਤ ਮੁਕਤ ਕਾ ਕਾਰਨ ਸੁਆਮੀ। ਜਿਹੜੇ ਪਰਮਾਤਮਾ ਜੀ ਭੁਗਤ ਦੇ ਵੀ ਕਾਰਨ ਨੇ ਤੇ ਮੁਕਤ ਦੇ ਵੀ ਕਾਰਨ ਨੇ। ਮੁਕਤ ਤੇ ਤੱਤੇ ਸਿਹਾਰੀ ਕਹੀਏ ਮੁਕਤੀ, ਸੰਸਾਰਿਕ ਬੰਧਨਾਂ ਤੋਂ, ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤੀ ਦੇਣ ਵਾਲੇ ਨੇ, ਤੇ 84 ਲੱਖ ਦੇ ਗੇੜਿਆਂ ਜੂਨੀਆਂ ਤੋਂ ਵੀ ਮੁਕਤੀ ਦੇਣ ਵਾਲੇ ਨੇ। ਇਸੇ ਪ੍ਰਕਾਰ ਭੁਗਤ, ਤੱਤੇ ਨੂੰ ਸਿਹਾਰੀ ਭੁਗਤੀ, ਜਿਤਨੇ ਛਕਣ ਵਾਲੇ ਇਤਿਆਦਿਕ ਪਦਾਰਥ ਨੇ ਸਾਰੇ ਭੁਗਤ ਨੇ, ਜਿਤਨੇ ਸਰੀਰ ਦੇ ਭੋਗ ਨੇ ਸਾਰੇ ਭੁਗਤ ਨੇ। ਸਾਹਿਬ ਜੀ ਫਰਮਾਉਂਦੇ ਨੇ, ਭੁਗਤੀ ਦਾ ਦਾਤਾ, ਮੁਕਤੀ ਦਾ ਦਾਤਾ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਸੁਆਮੀ ਮਾਲਕ ਹੈ। ਮੂੜ ਤਾਹਿ ਬਿਸਰਾਵੈ। ਇਹ ਮੂਰਖ ਮਤ ਵਾਲਾ ਜੀਵ ਤੇ ਇਸ ਸੁਆਮੀ ਮਾਲਕ ਨੂੰ, ਪਦਾਰਥਾਂ ਦੇ ਦਾਤੇ ਨੂੰ, ਮੁਕਤੀ ਦੇ ਦਾਤੇ ਨੂੰ ਹਿਰਦੇ ਚੋਂ ਵਿਸਾਰ ਦਿੰਦਾ ਹੈ। ਜਨ ਨਾਨਕ ਕੋਟਨ ਮੈਂ ਕੋ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿ ਸ੍ਰਿਸ਼ਟੀ ਦੇ ਅੰਦਰ, ਦੁਨੀਆ ਦੇ ਅੰਦਰ ਕੋਈ ਵੀ ਨਾਮ ਨਹੀਂ ਜਪਦਾ, ਸਾਰੇ ਮੋਹ ਦੇ ਵਿੱਚ ਫਸ ਗਏ ਨੇ। ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਹੈਨ ਨਾਮ ਜਪਣ ਵਾਲੇ ਮਹਾਰਾਜ ਕਿੰਨੇ ਕੋ ਨੇ? ਤੇ ਸਾਹਿਬ ਫਰਮਾਉਂਦੇ ਨੇ, ਜਨ ਨਾਨਕ ਕੋਟਨ ਮੈਂ ਕੋ। ਸਿੱਖੋ ਕਰੋੜਾਂ ਦੇ ਵਿੱਚੋਂ ਕੋਈ ਉਹ ਇੱਕ ਹੈ, ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਉਹ ਵਿਰਲੇ ਵਿਰਲੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਆਧ ਹਨ। ਭਜਨ ਰਾਮ ਕੋ ਪਾਵੈ। ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਬੰਦਗੀ ਕਰਨੀ ਪਾਉਂਦਾ ਹੈ, ਭਜਨ ਕਰਨਾ ਪਾਉਂਦਾ ਹੈ, ਜਸ ਕਰਨਾ ਪ੍ਰਾਪਤ ਕਰਦਾ ਹੈ, ਵਡਿਆਈ ਵਾਹਿਗੁਰੂ ਜੀ ਦੀ ਜੋ ਕਰਨੀ ਹੈ, ਉਚਾਰਨੀ ਹੈ, ਇਸ ਦਾਤ ਨੂੰ ਪਾਉਂਦਾ ਹੈ।
ਵਿਰਲੇ ਹੀ ਹਨ ਜੋ ਭਜਨ ਰਾਮ ਕੋ ਪਾਵੈ। ਰਮੇ ਹੋਏ ਪਰਮਾਤਮਾ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ ਪਾਵੈ, ਸੁਖ ਪਾਉਂਦੇ ਨੇ। ਉਹ ਆਤਮ ਸੁਖ ਨੂੰ ਪ੍ਰਾਪਤ ਕਰਨ ਵਾਲੇ ਤੇ ਥੋੜੇ ਹੀ ਨੇ। ਬਹੁਤੇ ਇਸ ਪ੍ਰਕਾਰ ਮੋਹ ਦੇ ਵਿੱਚ ਲੱਗ ਕਰਕੇ ਹੀ ਗਲਤਾਨ ਹੁੰਦੇ ਨੇ। ਪਰ ਜਿਹੜੇ ਉਹ ਵਿਰਲੇ ਨੇ ਨਾ, ਉਹ ਵਿਰਲੇ ਹੀ ਸਾਰੇ ਸਮਾਜ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ। ਜਿਹੜਾ ਉਹ ਏਕਾਦ ਨਾਏ ਰਸੀਆੜਾ ਹੁੰਦਾ ਨਾ, ਉਹ ਕਰੋੜਾਂ ਨੂੰ ਤਾਰਨ ਦੇ ਸਮਰੱਥ ਹੁੰਦਾ ਹੈ। ਆਪ ਨਾਮ ਜਪਦਾ ਹੈ, ਬਹੁਤਿਆਂ ਦੇ ਉੱਪਰ ਪਰ ਉਪਕਾਰ ਕਰਦਾ ਹੈ, ਬਹੁਤਿਆਂ ਨੂੰ ਉਪਦੇਸ਼ ਦੇ ਕਰਕੇ, ਨਾਮ ਜਪਾ ਕਰਕੇ ਬਹੁਤਿਆਂ ਦਾ ਭਲਾ ਕਰਦਾ ਹੈ। ਆਪ ਜਪਹੁ ਅਵਰਹ ਨਾਮ ਜਪਾਵਹੁ, ਸੁਨਤ ਕਹਿਤ ਰਹਿਤ ਗਤ ਪਾਵਹੁ। ਐਸੀ ਜੁਗਤ ਦੇ ਧਾਰਨੀ ਹੁੰਦੇ ਨੇ, ਆਪ ਜਪਦੇ ਨੇ ਤੇ ਅੱਗੇ ਜਪਾਉਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਐਸੇ ਪਿਆਰੇ ਨੇ ਨਾ, ਉਹਨਾਂ ਦੀ ਜੋ ਹਰ ਨਾਮ ਧਿਆਏ ਦੇ ਸੇ ਵਿਰਲੇ ਥੋੜੇ, ਉਹ ਵਿਰਲੇ ਵਿਰਲੇ। ਮਹਾਰਾਜ ਕਿਤਨੇ ਕੁ ਨੇ? ਹਜ਼ੂਰ ਕਹਿੰਦੇ ਬੜੇ ਥੋੜੇ ਨੇ। ਪਰ ਜਿਹੜੇ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਅਰਾਧਦੇ ਨੇ, ਤਿੰਨਾਂ ਦੇ ਅਰਾਧਨੇ ਦੀ ਬਰਕਤ ਨੂੰ ਕਰੋੜਾਂ ਜੀਵ ਖਾਂਦੇ ਨੇ। ਜੋ ਮਨ ਚਿੱਤ ਇੱਕ ਅਰਾਧ ਦੇ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। 100 ਕਰੋੜ ਦੀ ਗੱਲ ਨਹੀਂ, 1000 ਕਰੋੜ ਦੀ ਗੱਲ ਨਹੀਂ, ਅਸੰਖਾ ਕਰੋੜ ਜੀਵ ਉਹਨਾਂ ਦੇ ਜਪੇ ਹੋਏ ਨਾਮ ਦੀ ਬਰਕਤ ਦੁਆਰਾ ਪਲਦੇ ਨੇ, ਤਿੰਨਾਂ ਦੀ ਬਰਕਤ ਨੂੰ ਖਾਂਦੇ ਨੇ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਪਿਆਰਿਓ, ਉਹ ਵਿਰਲੇ ਨੇ ਜਿਹੜੇ ਇੱਕ ਮਨ ਇੱਕ ਚਿੱਤ ਹੋ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ, ਸਤਿਗੁਰੂ ਜੀ ਦਾ ਨਾਮ ਜਪਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਗੌੜੀ ਮਹੱਲਾ ਨਾਵਾ। ਗਰੀਬ ਨਿਵਾਜ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਸਾਧੂ ਇਹੋ ਮਨ ਗਹਿਓ ਨਾ ਜਾਈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਬੜੇ ਯਤਨ ਕਰਦੇ ਆ, ਮਨ ਸਿਮਰਨ ਵਿੱਚ ਲੱਗੇ, ਭਜਨ ਵਿੱਚ ਲੱਗੇ, ਮਾਇਆ ਦੀ ਦਲਦਲ ਵਿੱਚੋਂ ਨਿਕਲਦਾ ਹੀ ਨਹੀਂ ਹੈ। ਮਹਾਰਾਜ ਇਹ ਭਜਨ ਦੇ ਵਿੱਚ ਨਹੀਂ ਲੱਗਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਨੇ, ਸਿੱਖੋ ਸੱਚ ਕਹਿੰਦੇ ਹੋ ਸਾਧੂ, ਸ੍ਰੇਸ਼ਟ ਜਨੋ, ਭਲਿਓ ਪੁਰਖੋ, ਇਹੋ ਮਨ ਗਹਿਓ ਨਾ ਜਾਈ। ਇਹ ਜਿਹੜਾ ਮਨ ਹੈ ਨਾ, ਆਪਣੇ ਬਲ ਕਰਕੇ ਨਹੀਂ ਫੜਿਆ ਜਾਂਦਾ ਹੈ, ਆਪਣੀਆਂ ਉਕਤੀਆਂ ਜੁਗਤੀਆਂ ਦੇ ਨਾਲ ਇਸ ਨੂੰ ਕਾਬੂ ਨਹੀਂ ਕੀਤਾ ਜਾਂਦਾ ਹੈ, ਆਪਣੀਆਂ ਸਿਆਣਪਾਂ ਦੇ ਨਾਲ, ਚਤੁਰਾਈਆਂ ਦੇ ਨਾਲ, ਸਮਝਦਾਰੀਆਂ ਦੇ ਨਾਲ ਵਸ ਦੇ ਵਿੱਚ ਨਹੀਂ ਆਉਂਦਾ ਹੈ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਮਹਾਰਾਜ ਫਿਰ ਵਸ ਵਿੱਚ ਆਉਂਦਾ ਕਿਉਂ ਨਹੀਂ? ਵਸਦਾ ਸਰੀਰ ਦੇ ਅੰਦਰ ਹੀ ਹੈ, ਅੰਦਰ ਵਸਦਾ ਵੀ ਕਾਬੂ ਨਹੀਂ ਆਉਂਦਾ। ਪਰ ਤੱਕ ਕਿਸੇ ਨੂੰ ਦੇਖੀਏ, ਕੋਈ ਬੜਾ ਲੜਾਕਾ ਹੋਵੇ, ਬੜਾ ਚੰਚਲ ਹੋਵੇ, ਤੇ ਕਮਰੇ 'ਚ ਬੰਦ ਕਰ ਦਈਏ, ਜਦੋਂ ਮਰਜ਼ੀ ਜਾ ਕੇ ਤੁਹਾਨੂੰ ਫੜ ਲਵੋ। ਕੋਈ ਵੱਡਾ ਭਾਰੀ ਦੋਸ਼ੀ ਹੋਵੇ, ਕਾਤਲ ਹੋਵੇ, ਗੁਨਾਹਗਾਰ ਹੋਵੇ, ਸਮੇਂ ਦਾ ਰਾਜਾ ਫੜ ਕੇ ਕੈਦ ਵਿੱਚ ਕਰ ਲੈਂਦਾ। ਜੇ ਅੰਦਰ ਹੈ ਤੇ ਉਹ ਅੰਦਰ ਹੀ ਹੈ, ਜਦੋਂ ਮਰਜ਼ੀ ਫੜ ਕੇ ਭਾਵੇਂ ਫਾਹੇ ਟੰਗ ਦਿਓ ਤੇ ਭਾਵੇਂ ਰਿਹਾ ਕਰ ਦਿਓ। ਜਿਹੜੀ ਚੀਜ਼ ਅੰਦਰ ਬੰਦ ਕਰ ਦਿੱਤੀ ਜਾਵੇ ਉਹ ਕਬਜ਼ੇ 'ਚ ਹੁੰਦੀ ਏ। ਪਦਾਰਥ ਹੋਵੇ, ਕੋਈ ਵਸਤੂ ਹੋਵੇ, ਕਮਰੇ 'ਚ ਰੱਖੀ, ਕਬਜ਼ੇ 'ਚ ਹੈ, ਜਦੋਂ ਮਰਜ਼ੀ ਕੱਢ ਕੇ ਵਰਤ ਲਈਏ। ਪਰ ਸੱਚੇ ਪਾਤਸ਼ਾਹ ਇਹ ਮਨ ਕੈਸਾ ਹੈ? ਵਸਦਾ ਸਰੀਰ ਦੇ ਅੰਦਰ ਹੈ ਪਰ ਕਬਜ਼ੇ ਵਿੱਚ ਹੈ ਹੀ ਨਹੀਂ। ਵਸਦਾ ਸਰੀਰ ਦੇ ਅੰਦਰ ਹੈ ਪਰ ਵਸ ਦੇ ਵਿੱਚ ਆਉਂਦਾ ਹੀ ਨਹੀਂ। ਮਹਾਰਾਜ ਇਹ ਮਨ ਇਕੱਲਾ ਹੀ ਇੰਨਾ ਬਲਵਾਨ ਹੈ ਜਾਂ ਹੋਰ ਵੀ ਸਾਥੀ ਹੈਗੇ ਨੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿੰਨਾ ਬਲਵਾਨ ਇਹ ਆਪ ਹੈ ਨਾ, ਇਸ ਦੇ ਸਾਥੀ ਵੀ ਓਨੇ ਹੀ ਬਲਵਾਨ ਨੇ। ਮਹਾਰਾਜ ਉਹ ਕਿਹੜੇ ਸਾਥੀ? ਜਿਹੜੇ ਮਨ ਦੇ ਨਾਲ ਵਸਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇੱਕ ਤਾਂ ਚੰਚਲ ਮਨ ਬੜਾ ਚੰਚਲ ਹੈ, ਦੂਸਰੀ ਤ੍ਰਿਸ਼ਨਾ ਸੰਗ ਬਸਤ ਹੈ। ਜਿਹੜਾ ਤ੍ਰਿਸ਼ਨਾ ਰੂਪੀ ਵਿਕਾਰ ਹੈ ਨਾ, ਉਹ ਤ੍ਰਿਸ਼ਨਾ ਇਸ ਮਨ ਦੇ ਨਾਲ ਵਸਦੀ ਏ, ਤੇ ਜਿਹਦੇ ਨਾਲ ਵਸੀਏ ਉਹਦੇ ਗੁਣ ਤੇ ਔਗਣ ਅਕਸਰ ਆ ਜਾਇਆ ਕਰਦੇ ਨੇ। ਦੁਨੀਆਦਾਰੀ ਦੇ ਅੰਦਰ ਕਿਸੇ ਮਨੁੱਖ ਨੂੰ, ਕਿਸੇ ਵੀ ਮਨੁੱਖ ਨੂੰ, ਹਰ ਕੋਈ ਆਪਣੇ ਆਪਣੇ ਵੱਲ ਝਾਤ ਮਾਰ ਲਿਆ ਜੇ ਪਤਾ ਲੱਗ ਜਾਣਾ। ਹਰ ਕਿਸੇ ਦੇ ਜੀਵਨ ਦੇ ਵਿੱਚ 4-5 ਬੰਦੇ ਜਾਂ 5-7 ਬੰਦੇ, 10 ਤੋਂ ਘੱਟ ਹੀ ਗਿਣਤੀ ਹੁੰਦੀ ਹੈ, 10 ਤੋਂ ਬਹੁਤੀ ਗਿਣਤੀ ਬਹੁਤਿਆਂ ਦੀ ਨਹੀਂ ਹੁੰਦੀ। ਕਿਸੇ ਦੀ ਗਿਣਤੀ 4, ਕਿਸੇ ਦੀ 5, ਕਿਸੇ ਦੀ 7, ਇਤਨੀ ਕੀ ਹੁੰਦੀ ਹੈ। ਹਰ ਕਿਸੇ ਦੀ ਬਹੁਤੀ ਨੇੜਤਾ 2-4-5 ਬੰਦਿਆਂ ਦੇ ਨਾਲ, 5-7 ਬੰਦਿਆਂ ਦੇ ਨਾਲ ਹੀ ਹੁੰਦੀ ਹੈ। ਤੇ ਜਿਨ੍ਹਾਂ 5-7 ਦੇ ਨਾਲ ਮੇਲ ਮਿਲਾਪ ਹੁੰਦਾ ਨਾ, ਉਹਨਾਂ 5-7 ਬੰਦਿਆਂ ਦੇ ਜਿਹੜੇ ਵਿਚਾਰ ਹੁੰਦੇ ਨੇ, ਉਹਨਾਂ ਦਾ ਐਵਰੇਜ ਹੀ ਇੱਕ ਮਨੁੱਖ ਦਾ ਜੀਵਨ ਹੋਇਆ ਕਰਦਾ ਹੈ। ਮਾਂ ਦੇ ਨਾਲ ਮੋਹ ਹੈ, ਪਿਤਾ ਦੇ ਨਾਲ ਮੋਹ ਹੈ, ਘਰ ਵਾਲੀ ਦੇ ਨਾਲ ਮੋਹ ਹੈ, ਇਹ ਮੋਹ ਮਾਰਿਆਂ ਦੀਆਂ ਗੱਲਾਂ। ਜਾਂ ਕਿਸੇ ਸੰਬੰਧੀ ਦੇ ਨਾਲ ਮੋਹ ਹੈ, 2-4 ਮਿੱਤਰਾਂ ਦੇ ਨਾਲ ਮੋਹ ਹੈ। ਮਿੱਤਰ ਜੀਵ ਦੇ ਬੇਅੰਤ ਹੁੰਦੇ ਨੇ, ਪਰ ਜਿਹੜੇ ਨੇੜਲੇ ਹੁੰਦੇ ਨੇ ਉਹ 2-4 ਹੀ ਹੁੰਦੇ ਨੇ, ਬਹੁਤੇ ਨਹੀਂ।
ਪਰ ਸਮਾਂ ਪੈਣ ਤੇ ਉਹ ਵੀ ਸਾਥ ਨਹੀਂ ਦਿੰਦੇ। ਰਹੋ ਵਿਚਾਰ। ਪਰ ਜਿਨ੍ਹਾਂ ਦੇ ਨਾਲ ਸੰਗਤ ਕਰੀਏ ਨਾ, ਉਹਨਾਂ ਸੰਗਤ, ਜਿਨ੍ਹਾਂ ਦੀ ਸੰਗਤ ਕਰੀਏ, ਉਹਨਾਂ ਸੰਗਤੀਆਂ ਦੇ ਜਿਹੜੇ ਵਿਚਾਰ ਹੁੰਦੇ ਨੇ, ਉਹ 5-7 ਦੇ ਵਿਚਾਰ ਮਿਲ ਕੇ ਜੋ ਬਣਦਾ, ਉਸ ਦਾ ਐਵਰੇਜ ਮਨੁੱਖ ਦਾ ਜੀਵਨ ਹੁੰਦਾ ਹੈ। ਕਿਸੇ ਨੇ ਇੱਕ ਗੱਲ ਕਹੀ, ਉਹ ਧਾਰਨ ਕਰ ਲਈ। ਦੂਜੇ ਹਿੱਤੂ ਨੇ ਦੂਸਰੀ ਗੱਲ ਕਹਿ ਲਈ, ਉਹ ਵੀ ਧਾਰਨ ਕਰ ਲਈ। ਤੀਸਰੇ ਹਿੱਤੂ ਨੇ ਤੀਜਾ ਬਚਨ ਕਹਿ ਦਿੱਤਾ, ਉਹ ਧਾਰਨ ਕਰ ਲਿਆ। 5-7 ਨੇੜਲੇ ਬੰਦਿਆਂ ਦੇ ਵਿਚਾਰ ਮਿਲ ਕੇ ਜੋ ਸਮੂਹ ਬਣਦਾ ਹੈ, ਉਹ ਇੱਕ ਮਨੁੱਖ ਦਾ ਜੀਵਨ ਬਣਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਸੇ ਪ੍ਰਕਾਰ ਭਾਈ ਮਨ ਹੈ। ਮਨ ਜਿਸ ਜਿਸ ਵਿਕਾਰ ਦੀ ਸੰਗਤ ਕਰਦਾ ਨਾ, ਉਸ ਦੇ ਔਗਣਾਂ ਨੂੰ ਧਾਰਨ ਕਰ ਲੈਂਦਾ ਹੈ। ਇੱਕ ਤੇ ਮਨ ਆਪ ਹੀ ਬੜਾ ਚੰਚਲ ਹੈ, ਇਸ ਦੀ ਚੰਚਲਤਾ ਬੜੀ ਪ੍ਰਬਲ ਹੈ, ਆਪ ਹੀ ਵਸ ਵਿੱਚ ਨਹੀਂ ਆਉਂਦਾ। ਕੱਚੇ ਪਾਰੇ ਵਰਗਾ ਚੰਚਲ, ਹਾਥੀ ਦੇ ਕੰਨਾਂ ਵਰਗਾ ਚੰਚਲ, ਪਿੱਪਲ ਦੇ ਸਿਰੀ ਦੀ ਕਰੁੰਬਲੀ ਵਰਗਾ ਚੰਚਲ, ਦੀਵੇ ਦੀ ਲਾਟ ਵਰਗਾ ਚੰਚਲ, ਝੰਡੇ ਦੇ ਕੱਪੜੇ ਵਰਗਾ ਚੰਚਲ, ਜੋੜੀ ਵਜਾਉਣ ਵਾਲੇ ਦੀ ਉਂਗਲਾਂ ਵਰਗਾ ਚੰਚਲ, ਕਸ਼ੂ ਕੁੰਮੇ ਦੀ ਸਰੀ ਵਰਗਾ ਚੰਚਲ, ਭੂਤਨੇ ਦੀਵੇ ਦੇ ਮੂੰਹ ਚੋਂ ਨਿਕਲਣ ਵਾਲੀ ਅੱਗ ਦੀ ਲਾਟ ਵਰਗਾ ਚੰਚਲ। ਇੱਕ ਤੇ ਆਪ ਚੰਚਲ ਹੈ, ਦੂਸਰੀ ਹੈ ਤ੍ਰਿਸ਼ਨਾ। ਤ੍ਰਿਸ਼ਨਾ ਸੰਗੇ ਵਸਤ ਹੈ। ਜਿਹੜੀ ਤ੍ਰਿਸ਼ਨਾ ਹੈ ਨਾ, ਉਹ ਇਸ ਦੇ ਨਾਲ ਵਸਦੀ ਹੈ। ਤ੍ਰਿਸ਼ਨਾ ਇਸ ਦੀ ਸਾਥਣ ਹੈ। ਤੇ ਤ੍ਰਿਸ਼ਨਾ ਦਾ ਐਸਾ ਪ੍ਰਭਾਵ ਪੈ ਗਿਆ, ਤ੍ਰਿਸ਼ਨਾ ਦੀਆਂ ਸਾਰੀਆਂ ਵਾਸ਼ਨਾਵਾਂ ਇਸ ਨੇ ਧਾਰਨ ਕਰ ਲਈਆਂ ਹੋਈਆਂ ਨੇ। ਮਨ ਨੂੰ ਤ੍ਰਿਸ਼ਨਾ ਲੱਗ ਗਈ ਰੂਪ ਦੇਖਣ ਦੀ, ਰੂਪ ਭੋਗਣ ਦੀ, ਪਦਾਰਥ ਇਕੱਠੇ ਕਰਨ ਦੀ, ਖਾਣ ਦੀ, ਪੀਣ ਦੀ, ਜੋੜਨ ਦੀ। ਇੱਕ ਚੰਚਲ ਸੀ, ਦੂਸਰਾ ਸਾਥ ਤ੍ਰਿਸ਼ਨਾ ਦਾ ਹੋ ਗਿਆ। ਤ੍ਰਿਸ਼ਨਾ ਇਸ ਦੀ ਸਾਥਣ ਹੈ, ਨਾਲ ਵਸਦੀ ਹੈ। ਯਾ ਤੇ ਥਿਰ ਨਾ ਰਹਾਈ। ਇਸ ਕਰਕੇ ਤ੍ਰਿਸ਼ਨਾ ਦੇ ਵਿਕਾਰਾਂ ਨੂੰ ਧਾਰਨੀ ਹੋ ਗਿਆ। ਤੇ ਜਿਹੜਾ ਮਨ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਟਿਕਾਏ ਮਨ ਨਹੀਂ ਹੁੰਦਾ ਹੈ, ਸਥਿਤ ਨਹੀਂ ਹੁੰਦਾ ਹੈ, ਲੈ ਨਹੀਂ ਹੁੰਦਾ ਹੈ। ਵਾਹਿਗੁਰੂ ਜੀ ਦੇ ਗੁਣਾਂ ਨੂੰ ਨਹੀਂ ਗਾਉਂਦਾ ਹੈ, ਵਾਹਿਗੁਰੂ ਜੀ ਦੇ ਗੁਣਾਂ ਨੂੰ ਸਥਿਤ ਹੋ ਕਰਕੇ ਉਚਾਰਨਾ ਨਹੀਂ ਕਰਦਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਗੁਰ ਪਰਮੇਸ਼ਰ ਜੀ ਸੂਝ ਬਖਸ਼ਦੇ ਹਨ। ਕਠਨ ਕਰੂਧ ਘਟ ਹੀ ਕੇ ਭੀਤਰ। ਮਹਾਰਾਜ, ਇੱਕ ਤ੍ਰਿਸ਼ਨਾ ਦਾ ਹੀ ਇੰਨਾ ਪ੍ਰਭਾਵ ਪੈ ਗਿਆ। ਸਤਿਗੁਰੂ ਜੀ ਕਹਿੰਦੇ, ਭਾਈ ਕੱਲੀ ਤ੍ਰਿਸ਼ਨਾ ਨਹੀਂ, ਅਤਿਅੰਤ ਕਠੋਰਤਾ ਵਾਲਾ ਇੱਕ ਕ੍ਰੋਧ ਹੈ, ਗੁੱਸਾ। ਤਿੰਨਾ ਪਾਸ ਦੁਆਸ ਨਾ ਭਿਟਿਐ ਜਿਨ ਅੰਦਰ ਕ੍ਰੋਧ ਚੰਡਾਲ। ਜਿਨ੍ਹਾਂ ਦੇ ਅੰਦਰ ਚੰਡਾਲ ਰੂਪੀ ਕ੍ਰੋਧ ਵਸਦਾ, ਉਹਨਾਂ ਦੇ ਨੇੜੇ ਵੀ ਨਾ ਰਹੋ। ਪਤਾ ਨਹੀਂ ਕਦੋਂ ਕੌੜਾ ਬੋਲ ਬੋਲ ਕੇ ਮਨ ਦੁਖਾ ਦੇਣ, ਆਪ ਸ਼ਬਦ ਬੋਲ ਕੇ ਬੇਇੱਜ਼ਤ ਕਰ ਦੇਣ, ਪਤਾ ਨਹੀਂ ਕਦੋਂ ਇਸੇ ਪ੍ਰਕਾਰ ਵਾਰੀ ਕਰ ਦੇਣ। ਸਤਿਗੁਰੂ ਜੀ ਬਚਨ ਕਰਦੇ ਨੇ, ਮਨ ਦੇ ਨਾਲ ਤ੍ਰਿਸ਼ਨਾ ਤੇ ਵਸਦੀ ਹੀ ਵਸਦੀ ਹੈ। ਇਸੇ ਹੀ ਤਰ੍ਹਾਂ ਕਠਨ ਕ੍ਰੋਧ ਘਟ ਹੀ ਕੇ ਭੀਤਰ। ਅਤਿਅੰਤ ਸਖਤ ਕਠੋਰ ਕ੍ਰੋਧ ਵੀ ਹਿਰਦੇ ਦੇ ਅੰਦਰ ਮਨ ਦਾ ਸਾਥੀ ਹੋ ਕਰਕੇ ਮਨ ਦੇ ਨਾਲ ਹੀ ਵਸਦਾ ਹੈ। ਉਹ ਕ੍ਰੋਧ ਇਤਨਾ ਕਠਨ ਹੈ, ਜਦੋਂ ਆ ਜਾਂਦਾ ਨਾ, ਜਿਨ੍ਹਾਂ ਹਿਤਵਾਂ ਨੂੰ, ਜਿਨ੍ਹਾਂ ਸੰਬੰਧੀਆਂ ਨੂੰ ਕਹਿੰਦਾ, ਤੁਹਾਡੇ ਤੋਂ ਤੇ ਜਾਨ ਵੀ ਵਾਰ ਦਿਆਂਗਾ, ਤੁਹਾਡੇ ਤੋਂ ਜਾਨ ਵੀ ਕੁਰਬਾਨ, ਤੁਹਾਡੇ ਤੋਂ ਮਾਇਆ ਵੀ ਕੁਰਬਾਨ। ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਬੜੇ ਜ਼ਖਰ ਜਾਲ ਕੇ, ਮੁਸ਼ੱਕਤ ਕਰਕੇ, ਮਿਹਨਤ ਕਰਕੇ, ਠੱਗੀਆਂ ਮਾਰ ਕੇ, ਝੂਠ ਬੋਲ ਕੇ, ਵਲ ਚਲ ਕਰਕੇ, ਕਮਾਈ ਕਰਕੇ ਮਾਇਆ ਲੈ ਕੇ ਆਉਂਦਾ ਨਾ, ਤੇ ਜਿਹੜੇ ਇੰਨੇ ਯਤਨ ਕਰਕੇ ਲਿਆਂਦੇ, ਸੁਤਦਾਰਾ ਪਹਿ ਆਨ ਲੁਟਾਵੈ। ਘਰ ਵਾਲੀ ਤੋਂ ਤੇ ਆਪਣੇ ਬੱਚਿਆਂ ਤੋਂ ਸਾਰੀ ਮਾਇਆ ਕੁਰਬਾਨ ਕਰ ਦਿੰਦਾ ਹੈ। ਸਾਰੀ ਖਰਚ ਲੋ ਪੁੱਤ, ਸਾਰੇ ਤੁਹਾਡੇ ਹੀ ਨੇ, ਮੈਂ ਕਿੱਥੇ ਲੈ ਕੇ ਜਾਣੇ ਨੇ, ਤੁਹਾਡੇ ਵਾਸਤੇ ਹੀ ਕਮਾਉਣਾ। ਜਿਨ੍ਹਾਂ ਤੋਂ ਧਨ ਕੁਰਬਾਨ ਕਰਦਾ ਹੈ, ਜਾਨ ਨਿਸ਼ਾਵਰ ਕਰਦਾ ਹੈ, ਜਦੋਂ ਕ੍ਰੋਧ ਆ ਜਾਂਦਾ ਕਹਿੰਦਾ ਮੇਰੇ ਸਾਹਮਣੇ ਨਾ ਆਇਓ, ਨਹੀਂ ਤੇ ਕੋਈ ਨਾ ਕੋਈ ਅਣਹੋਣੀ ਹੋ ਜਾਣੀ ਜੇ। ਜਿਨ੍ਹਾਂ ਤੋਂ ਜਾਨ ਵਾਰਦਾ ਕਹਿੰਦਾ ਮੇਰੇ ਹੱਥੋਂ ਇੱਕ ਅੱਧਾ ਮਰ ਨਾ ਜਾਇਓ, ਪਰਾਂ ਹੋ ਜਾਓ ਮੇਰੇ ਸਾਹਮਣੋਂ, ਮੈਨੂੰ ਕੁਛ ਨਹੀਂ ਦਿਸਦਾ। ਐਸਾ ਕਠੋਰ ਹੈ ਕ੍ਰੋਧ, ਜਿਨ੍ਹਾਂ ਦੇ ਮੋਹ ਵਿੱਚ ਫਸ ਕੇ ਮਰ ਜਾਂਦਾ, ਫਿਰ ਉਹ ਵੀ ਚੰਗੇ ਨਹੀਂ ਲੱਗਦੇ, ਅੱਖੀਂ ਦੇਖਣੇ ਨਹੀਂ ਭਾਉਂਦੇ। ਐਸਾ ਜਿਹੜਾ ਸਖਤ ਸੁਭਾਅ ਵਾਲਾ ਕ੍ਰੋਧ ਹੈ ਨਾ, ਉਹ ਕ੍ਰੋਧ ਹਿਰਦੇ ਦੇ ਅੰਦਰ ਤ੍ਰਿਸ਼ਨਾ ਦੇ ਸਹਿਤ ਇਸ ਦੇ ਮਨ ਦੇ ਨਾਲ ਹੀ ਵਸਦਾ ਹੈ। ਜਹ ਸੁਧ ਸਭ ਬਿਸਰਾਈ। ਜਿਸ ਕ੍ਰੋਧ ਨੇ ਇਸ ਦੀ ਮੱਤ ਮਾਰ ਦਿੱਤੀ ਹੋਈ ਏ, ਸਾਰੀ ਸੁਧ ਜਿਹੜੀ ਹੋਸ਼ ਸੀ ਉਹ ਵਿਸਰਾ ਦਿੱਤੀ ਹੈ, ਭੁਲਾ ਦਿੱਤੀ ਹੈ। ਜੇਕਰ ਹਿਰਦਾ ਕਠੋਰ ਨਾ ਹੋਵੇ, ਨਿਰਮਲ ਹੋਵੇ, ਕੋਮਲ ਹੋਵੇ, ਤੇ ਬੰਦਗੀ ਵਾਲੇ ਪਾਸੇ ਆਵੇ। ਪਰ ਕਠੋਰ ਕ੍ਰੋਧ ਨੇ ਹਿਰਦਾ ਐਸਾ ਕਠੋਰ ਕਰ ਦਿੱਤਾ ਹੈ, ਨਾਮ ਜਪਣ ਵਾਲੀ, ਪ੍ਰੇਮਾ ਭਗਤੀ ਵਾਲੀ ਸਾਰੀ ਸਮਝ ਹੀ ਇਸ ਨੂੰ ਭੁਲਾ ਦਿੱਤੀ ਹੈ। ਰਤਨ ਗਿਆਨ ਸਭ ਕੋ ਹਿਰ ਲੀਨਾ। ਫਿਰ ਇਹ ਜਿਹੜੇ ਵਿਕਾਰ ਨੇ ਨਾ, ਇਹ ਵੱਡੇ ਭਾਰੀ ਚੋਰ ਨੇ। ਆਪ ਤੇ ਬੁਰਾਈਆਂ ਪੈਦਾ ਕਰਦੇ ਹੀ ਨੇ, ਜਿਹੜੇ ਸ਼ੁਭ ਗੁਣ ਹਿਰਦੇ ਦੇ ਅੰਦਰ ਹੁੰਦੇ ਨੇ ਉਹ ਵੀ ਲੁੱਟ ਲੈਂਦੇ ਨੇ, ਚੋਰੀ ਕਰ ਲੈਂਦੇ ਨੇ, ਸ਼ੁਭ ਗੁਣਾਂ ਨੂੰ ਵੀ ਨਹੀਂ ਰਹਿਣ ਦਿੰਦੇ ਨੇ।
ਇਸ ਦੇਹੀ ਅੰਦਰ ਪੰਚ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟਹਿ ਮਨ ਮੁਖ ਨਹੀਂ ਬੂਝਹਿ, ਕੋਏ ਨਾ ਸੁਣੈ ਪੁਕਾਰਾ। ਅੰਮ੍ਰਿਤ ਨਾਮ ਨੂੰ ਸ਼ੁਭ ਗੁਣਾਂ ਨੂੰ ਲੁੱਟਦੇ ਨੇ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜੇ ਤੇ ਹਿਰਦੇ ਦੇ ਅੰਦਰ ਸੂਝ ਹੁੰਦੀ, ਸਮਝ ਹੁੰਦੀ, ਗਿਆਤ ਹੁੰਦੀ, ਗਿਆਨ ਹੁੰਦਾ ਕਿ ਬੇਕਾਰ ਛੱਡਣੇ ਨੇ, ਬੰਦਗੀ ਕਰਨੀ ਹੈ, ਫੇਰ ਤੇ ਬੰਦਗੀ ਕਰ ਲੈਂਦਾ। ਪਰ ਇਸ ਤ੍ਰਿਸ਼ਨਾ ਨੇ, ਇਸ ਕ੍ਰੋਧ ਨੇ ਵੱਡਾ ਭਾਰੀ ਕੁਕਰਮ ਇੱਕ ਹੋਰ ਕੀਤਾ, ਰਤਨ ਗਿਆਨ ਸਭ ਕੋ ਹਿਰ ਲੀਨੋ, ਹਿਰ ਲੀਨਾ। ਸਾਰਿਆਂ ਦੇ ਹਿਰਦਿਆਂ ਦੇ ਵਿੱਚੋਂ ਰਤਨ ਦੀ ਨਿਆਈ, ਜਿਹੜਾ ਬੇਸ਼ਕੀਮਤੀ ਮਾਨਕਾਂ ਦੀ ਨਿਆਈ ਅਮੋਲਕ ਗਿਆਨ ਸੀ ਨਾ, ਉਸ ਗਿਆਨ ਨੂੰ ਚੋਰੀ ਕਰ ਲਿਆ। ਜਿੱਥੇ ਕ੍ਰੋਧ ਆ ਗਿਆ ਉੱਥੇ ਗਿਆਨ ਕਿੱਥੇ ਕੰਮ ਕਰਦਾ ਹੈ। ਕੋਈ ਕ੍ਰੋਧੀ ਗੁੱਸੇ 'ਚ ਆਇਆ ਹੋਵੇ, ਗਿਆਨ ਦੀ ਗੱਲ ਸਮਝਾਈਏ, ਕਿੱਥੇ ਸੁਣਦਾ, ਕਹਿੰਦਾ ਮੈਨੂੰ ਕੁਛ ਨਹੀਂ ਸੁਣਦਾ, ਬਸ ਪਰਾਂ ਹੋ ਜਾਓ ਹੁਣ। ਜਿੱਥੇ ਤ੍ਰਿਸ਼ਨਾ ਦੀ ਅੱਗ ਲਟਾਲਟ ਮੱਚਦੀ ਹੋਵੇ ਉੱਥੇ ਗਿਆਨ ਕਿੱਥੇ ਅਸਰ ਕਰਦਾ ਹੈ। ਇੱਕ ਚੋਰ ਸੰਨ ਲਾਉਣ ਚੱਲਿਆ, ਲੱਖਾਂ ਰੁਪਈਆਂ ਦੀ ਮਨ ਵਿੱਚ ਆਸ ਵੱਜੀ ਏ, ਤੇ ਕੋਈ ਸੁਭਾਵਕ ਜਾ ਕੇ ਕਰੇ ਜੀ ਚੋਰੀ ਕਰਨੀ ਮਾੜੀ ਏ। ਹੁਣ ਜਿਸ ਦੇ ਮਨ ਵਿੱਚ ਲੱਖਾਂ ਦੀ ਤ੍ਰਿਸ਼ਨਾ ਮੈਂ ਘੜੀ 'ਚ ਲੈ ਆਉਣੇ, ਉਪਦੇਸ਼ ਕਿੱਥੇ ਸੁਣੇਗਾ, ਉੱਥੇ ਗਿਆਨ ਕੰਮ ਨਹੀਂ ਕਰਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਹਨਾਂ ਵਿਕਾਰਾਂ ਨੇ ਵੱਡਾ ਭਾਰੀ ਕੁਕਰਮ ਇਹ ਕੀਤਾ, ਗਿਆਨ ਰਤਨ ਗਿਆਨ, ਰਤਨ ਦੀ ਨਿਆਈ ਅਮੋਲਕ ਜਿਹੜਾ ਗਿਆਨ ਸੀ, ਸਭ ਕੋ ਹਿਰਲੀਨਾ, ਸਾਰਿਆਂ ਦੇ ਹਿਰਦੇ 'ਚੋਂ ਚੋਰੀ ਕਰ ਲਿਆ। ਆਤਮ ਗਿਆਨ ਦੀ ਸੂਝ ਨਹੀਂ ਰਹਿਣ ਦਿੱਤੀ ਹੈ ਜੀਵ ਨੂੰ। ਤਾਸਿਉ ਕਛੁ ਨ ਬਸਾਈ, ਤੇ ਜੀਵ ਤ੍ਰਿਸ਼ਨਾ ਦੇ ਅੱਗੇ, ਆਪਣੇ ਮਨ ਦੇ ਅੱਗੇ, ਮਨ ਦੀਆਂ ਵਾਸ਼ਨਾਵਾਂ ਦੇ ਅੱਗੇ, ਕਠੋਰ ਕਰੜੇ ਕ੍ਰੋਧ ਦੇ ਅੱਗੇ ਇਤਨਾ ਬੇਵਸ ਹੋ ਗਿਆ, ਇਤਨਾ ਨਿਮਾਣਾ ਹੋ ਗਿਆ, ਇਤਨਾ ਨਿਰਬਲ ਹੋ ਗਿਆ ਕਿ ਕਛ ਨਾ ਬਸਾਈ, ਕੁਛ ਵੀ ਵਸ ਇਹਨਾਂ ਵਿਕਾਰਾਂ ਦੇ ਅੱਗੇ ਜੀਵ ਦਾ ਨਹੀਂ ਚੱਲਦਾ ਹੈ। ਜੋਗੀ ਜਤਨ ਕਰਤ ਸਭ ਹਾਰੇ, ਇਹ ਸੱਚੇ ਪਾਤਸ਼ਾਹ ਜੀ, ਜੋਗੀ ਜਨ ਜੋਗ ਸਾਧਨਾ ਕਰਦੇ ਨੇ, ਹੱਠ ਯੋਗ ਕਰਦੇ ਨੇ, ਬੜੇ ਕਰਮ ਕਰਦੇ ਨੇ, ਉਹਨਾਂ ਨੇ ਤੇ ਵਿਕਾਰਾਂ ਨੂੰ ਵਸ ਵਿੱਚ ਕਰ ਹੀ ਲਿਆ ਹੋਵੇਗਾ, ਉਹਨਾਂ ਨੇ ਤੇ ਮਨ ਨੂੰ ਵਸ ਵਿੱਚ ਕਰ ਹੀ ਲਿਆ ਹੋਵੇਗਾ ਨਾ ਜੀ। ਤੇ ਸਾਹਿਬ ਫਰਮਾਉਂਦੇ ਨੇ, ਸਿੱਖੋ ਬਹੁਤ ਸਾਰੇ ਜੋਗੀ ਬੜੇ ਉਪਚਾਰ ਕਰਦੇ, ਬੜੇ ਇਸੇ ਪ੍ਰਕਾਰ ਯਤਨ ਕਰਦੇ ਕਰਦੇ ਥੱਕ ਗਏ ਨੇ, ਹਾਰ ਗਏ ਹਨ। ਗੁਣੀ ਰਹੇ ਗੁਣ ਗਾਈ, ਉਹਨਾਂ ਜੋਗੀਆਂ ਦੇ ਪਾਸੋਂ ਵੀ ਇਹ ਜਿਹੜਾ ਮਨ ਹੈ ਨਾ, ਵਸ ਵਿੱਚ ਨਹੀਂ ਹੋਇਆ। ਸੱਚੇ ਪਾਤਸ਼ਾਹ ਦੁਨੀਆ ਤੇ ਬੜੇ ਵੱਡੇ ਵੱਡੇ ਭਾਰੀ ਵਿਦਵਾਨ ਨੇ, ਬੜੀ ਵਿਦਿਆ ਪੜ੍ਹੀ ਏ, ਉਹਨਾਂ ਨੇ ਵਸ ਵਿੱਚ ਕਰ ਲਿਆ ਹੋਵੇਗਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਬੜੇ ਬੜੇ ਜਿਹੜੇ ਗੁਣੀ ਜਨ ਗਿਆਨੀ ਨੇ ਨਾ, ਰਹੇ ਗੁਣ ਗਾਈ, ਉਹ ਵੀ ਵਿਦਿਆ ਦੇ ਗੁਣਾਂ ਨੂੰ ਗਾਉਂਦੇ ਨੇ, ਆਪਣੀਆਂ ਵਡਿਆਈਆਂ ਕਰਾਉਂਦੇ ਨੇ, ਵਿਦਿਆ ਦੁਆਰਾ ਸੰਸਾਰ ਦੇ ਅੰਦਰ ਮਾਣਤੇ ਪ੍ਰਾਪਤ ਕਰ ਲੈਂਦੇ ਨੇ। ਵਿਦਿਆ ਦੇ ਗੁਣਾਂ ਨੂੰ ਗਾਇਨ ਕਰਨ ਵਾਲੇ ਵੀ ਆਪਣੇ ਮਨ ਨੂੰ ਵਸ ਵਿੱਚ ਨਹੀਂ ਕਰ ਸਕੇ, ਮਨ ਉਹਨਾਂ ਦੇ ਵੀ ਵਸ ਵਿੱਚ ਨਹੀਂ, ਉਹ ਵੀ ਮਨ ਦੇ ਗੁਲਾਮ ਹੋਏ ਬੈਠੇ ਹਨ। ਜਨ ਨਾਨਕ ਹਰ ਭਏ ਦਇਆਲਾ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਮਨ ਜੋਗੀਆਂ ਦਾ ਵਸ ਵਿੱਚ ਨਹੀਂ ਆਇਆ, ਗਿਆਨੀਆਂ ਦਾ ਵਸ ਵਿੱਚ ਨਹੀਂ ਆਇਆ। ਵੇਦ ਪੜਨ ਵਾਲੇ, ਸ਼ਾਸਤਰ ਪੜਨ ਵਾਲੇ, ਅੰਜੀਲ ਪੜਨ ਵਾਲੇ, ਤੌਰੇਤ ਪੜਨ ਵਾਲੇ, ਕੁਰਾਨ ਪੜਨ ਵਾਲੇ, ਮਜ਼ੀਦ ਪੜਨ ਵਾਲੇ, ਸਾਰੇ ਹਾਰ ਗਏ। ਜਦੋਂ ਕਿਸੇ ਦੇ ਵਸ ਨਹੀਂ ਆਇਆ ਤੇ ਅਸੀਂ ਕਿਹਦੇ ਪਾਣੀ ਹਾਰਾਂ। ਸੱਚੇ ਪਾਤਸ਼ਾਹ ਫਿਰ ਸਾਡੇ ਤੋਂ ਵੀ ਵਸ ਨਹੀਂ ਆਉਣਾ। ਮਹਾਰਾਜ ਕਿਰਪਾਲਤਾ ਕਰਕੇ ਆਪ ਜੀ ਐਸੀ ਕੋਈ ਜੁਗਤ ਦੱਸੋ। ਮਹਾਰਾਜ ਉਹ ਕਿਹੜੀ ਜੁਗਤ ਹੈ ਜਿਸ ਦੇ ਨਾਲ ਮਨ ਵਸ ਵਿੱਚ ਆ ਜਾਵੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਿੱਖੋ ਜਨ ਨਾਨਕ ਹਰ ਭਏ ਦਇਆਲਾ, ਜਿਨ੍ਹਾਂ ਜਨਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਇਆਲਤਾ ਕੀਤੀ ਹੈ, ਕਿਰਪਾਲਤਾ ਕੀਤੀ ਹੈ, ਮਿਹਰ ਕੀਤੀ ਹੈ। ਤਉ ਸਭ ਬਿਧ ਬਨ ਆਈ, ਤੇ ਵਾਹਿਗੁਰੂ ਜੀ ਦੀ ਕਿਰਪਾਲਤਾ ਦਇਆਲਤੇ ਨਾਲ ਤਾਓ ਤਿਨਾਂ ਨੂੰ ਸਭ ਬਿਧ ਬਨ ਆਈ, ਸਾਰੀਆਂ ਵਿਧੀਆਂ ਮਨ ਨੂੰ ਵਸ ਵਿੱਚ ਕਰਨ ਵਾਲੀਆਂ ਬਣ ਆਈਆਂ ਨੇ। ਜਦੋਂ ਵਾਹਿਗੁਰੂ ਜੀ ਕਿਰਪਾਲਤਾ ਕਰਨੇ ਦੇ ਜੀ ਵਿਧੀਆਂ ਕਿਹੜੀਆਂ ਬਣਦੀਆਂ ਨੇ। ਵਾਹਿਗੁਰੂ ਜੀ ਕਿਰਪਾਲਤਾ ਕਰਕੇ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾ ਦਿੰਦੇ ਨੇ, ਪੂਰੇ ਸਤਿਗੁਰੂ ਜੀ ਨਾਮ ਬਖਸ਼ਦੇ ਨੇ, ਤੇ ਫਿਰ ਸੰਗਤ ਬਖਸ਼ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਨਾਮ ਜਪਾਉਂਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੇ ਪਾਸੋਂ ਗੁਰੂ ਦੇ ਮਿਲਾਪ ਦੀ, ਗੁਰੂ ਦੇ ਪਾਸੋਂ ਨਾਮ ਪ੍ਰਾਪਤ ਕਰਨੇ ਦੀ, ਗੁਰੂ ਕੀ ਸੰਗਤ ਵਿੱਚ ਰਹਿਣੇ ਦੀ, ਸਤ ਸੰਗਤ ਵਿੱਚ ਰਹਿ ਕਰਕੇ ਜਪਣੇ ਦੀ, ਹੱਥੀ ਸੇਵਾ ਕਰਨੇ ਦੀ, ਨਿਰਮਾਣਤਾ ਧਾਰਨ ਕਰਨੇ ਦੀ, ਇਸੇ ਪ੍ਰਕਾਰ ਕਰੁਣਾ ਮੈਤਰੀ ਮੁੱਦਤਾ ਉਪੇਖਿਆ ਨੂੰ ਧਾਰਨ ਕਰਨੇ ਦੀ, ਸ਼ਰਵਣ ਮੰਨਣ ਦੇ ਅਧਿਆਸਨ ਸਾਧਨ ਕਰਨੇ ਦੀ, ਸਭ ਵਿਧ ਬਣ ਆਈ। ਸਾਰੇ ਸ਼ੁਭ ਗੁਣਾਂ ਦੀਆਂ ਵਿਧੀਆਂ ਬਣ ਆਉਂਦੀਆਂ ਨੇ।
ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੀਪ ਦੇ ਉੱਪਰ ਦਇਆਲਤਾ ਕਰ ਦਿੰਦੇ ਨੇ, ਦਇਆ ਕਰ ਦਿੰਦੇ ਨੇ। ਇਸ ਕਰਕੇ ਸਿੱਖੋ, ਸਾਰੇ ਯਤਨਾਂ ਚੋਂ ਵੱਡਾ ਯਤਨ, ਸਾਰੇ ਸਾਧਨਾਂ ਚੋਂ ਵੱਡਾ ਸਾਧਨ ਇਹੀ ਹੋਈ ਹੈ ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਅੱਗੇ ਸਦਾ ਅਰਦਾਸ ਕਰਦੇ ਰਹੀਏ। ਮੇਲ ਲਹਿਓ ਦਇਆਲ ਢਹਿ ਪਏ ਦੁਆਰਿਆ, ਰੱਖ ਲੈ ਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ, ਤੁਝ ਬਿਨ ਨਾ ਹੀ ਕੋਏ। ਇੱਥੇ ਮਨ ਨੂੰ ਲਿਆਉਣਾ ਪਵੇਗਾ। ਸੱਚੇ ਪਾਤਸ਼ਾਹ ਆਪ ਜੀ ਤੋਂ ਬਿਨਾ ਮੇਰਾ ਹੈ ਹੀ ਕੋਈ ਨਹੀਂ ਜਿਹੜਾ ਸੰਸਾਰ ਸਾਗਰ ਚੋਂ ਰੱਖ ਲਵੇ। ਤੁਝ ਬਿਨ ਨਾ ਹੀ ਕੋਏ, ਬਿਨਾ ਮੋਹੇ ਸਾਰਿਆ। ਮਹਾਰਾਜ ਮੇਰਾ ਮਨੁੱਖਾ ਜਨਮ ਸਫਲਾ ਕਰਨ ਰੂਪੀ ਕਾਰਜ ਸਵਾਰਦੇ ਹੋ। ਕਾਰਗਹ ਲੇਹੋ ਦਇਆਲ, ਕਰ ਦਾ ਅਰਥ ਹੈ ਹੱਥ। ਹੇ ਦਇਆਲੂ ਪਰਮਾਤਮਾ ਹਰੀ ਪ੍ਰਭੂ ਜੀ, ਦਇਆਲਤਾ ਕਰਕੇ ਮੇਰਾ ਹੱਥ ਪਕੜ ਲਵੋ। ਸਾਗਰ ਸੰਸਾਰਿਆ, ਤੇ ਮੈਨੂੰ ਡੁੱਬਦੇ ਜਾਂਦੇ ਨੂੰ ਸੰਸਾਰ ਸਾਗਰ ਚੋਂ ਕੱਢ ਲਵੋ ਜੀ। ਇਸ ਪ੍ਰਕਾਰ ਸਦਾ ਹਰੀ ਪਰਮਾਤਮਾ ਜੀ ਦੇ ਅੱਗੇ, ਗੁਰ ਪਰਮੇਸ਼ਰ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਰਹੀਏ। ਸਤਿਗੁਰੂ ਜੀ ਜਿਸ ਵੇਲੇ ਦਇਆਲਤਾ ਕਰ ਦਿੰਦੇ ਨੇ, ਫਿਰ ਭਗਤੀ ਦੀਆਂ, ਸਿਮਰਨ ਦੀਆਂ, ਬੰਦਗੀ ਦੀਆਂ ਸਾਰੀਆਂ ਵਿਧੀਆਂ ਆਪ ਹੀ ਬਣਾ ਦਿੰਦੇ ਨੇ। ਇਸ ਕਰਕੇ ਗੁਰ ਪਰਮੇਸ਼ਰ ਦੇ ਚਰਨਾਂ ਵਿਖੇ ਅਰਜ਼ੋਈਆਂ ਕਰਦੇ ਰਹੀਏ, ਅਰਦਾਸਾਂ ਹੀ ਕਰਦੇ ਰਹੀਏ ਜੀ। ਕਿਤਨਾ ਕੋ ਸਮਾਂ, ਰਾਤ ਦਿਨ ਕਰਦੇ ਹੀ ਰਹੀਏ। ਰਾਤ ਦਿਵਸ ਕੇ ਕੂਕਨੇ ਕਬਹੋ ਕੇ ਸੁਨੈ ਪੁਕਾਰ। ਰਾਤ ਦਿਨ ਅਰਦਾਸਾਂ ਬੇਨਤੀਆਂ ਕਰਦੇ ਰਹੀਏ। ਜਦੋਂ ਕਿਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹਿਰਦੇ ਨੂੰ ਭਾ ਗਈ, ਗਰੀਬ ਨਿਵਾਜ ਜੀ ਦਇਆਲਤਾ ਕਰਕੇ ਸਾਰੀਆਂ ਵਿਧੀਆਂ ਆਪੇ ਹੀ ਬਣਾ ਦੇਣਗੇ। ਇਸ ਪ੍ਰਕਾਰ ਜਗਿਆਸੂਆਂ ਦੀ ਜਗਿਆਸਾ ਸ਼ਾਂਤ ਕਰਨ ਵਾਸਤੇ ਆਪਣੇ ਜ਼ੁਬਾਨੇ ਪਾਕ ਚੋਂ ਹਜ਼ੂਰੇ ਆਲਮ ਸਰਵਰੇ ਕਾਇਨਾਤ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਪ੍ਰਵਚਨਾਂ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਦੇ ਸਮਕਸ਼ ਪ੍ਰਗਟ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਗਰੀਬ ਨਿਵਾਜ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣ ਯੋਗ ਹੈ। ਕਿਰਪਾ ਕਰਕੇ ਬਖਸ਼ ਲਵੋ, ਅੱਗੇ ਵਾਸਤੇ ਸਮਤ ਬਖਸ਼ੋ। ਗਰੀਬ ਨਿਵਾਜ ਸਤਿਗੁਰੂ ਜੀ ਸਾਡੀਆਂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋ ਪਿਆਰੀ ਗੁਰਸਿੱਖੀ ਬਖਸ਼ ਕੇ ਨਿਹਾਲ ਕਰਨ, ਸਭਨਾਂ ਦੀਆਂ ਯਾਤਰਾਵਾਂ ਸਫਲ ਕਰਨ ਜੀ। ਪਾਵਨ ਗੁਰੂ ਉਪਦੇਸ਼ ਦੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰ ਭਏ ਦਇਆਲਾ, ਤਉ ਸਭ ਬਿਦ ਬਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।